ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣਾ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹਿਬ ਜਿਸ ਪਾਸ ਬੈਠਿਆ ਸੋਈਐ ਸੋਨਾ ਦਾ ਵਿਸਾਹੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਤਸਰੀ ਮਹੱਲਾ ਨਵਮ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਭੁਲਿਓ ਮਨ ਮਾਇਆ ਉਰਜਾਇਓ। ਜੋ ਜੋ ਕਰਮ ਕੀਓ ਲਾਲਚ ਲਾਗਾ। ਤਿਹ ਤਿਹ ਆਪ ਬੰਧਾਇਓ। ਭੁਲਿਓ ਮਨ ਮਾਇਆ ਉਰਜਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੇ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਜਾਂ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪੰਗਤ ਮੇਰੀ। ਜਰਨ ਬੁਝੀ ਸੀਤਲ ਹੋਵੇ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਿਤਰਾਂ ਨੂੰ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ
ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਜਪਸਰੀ ਰਾਗ ਦੇ ਵਿੱਚ ਸ਼ਬਦ ਸੰਪੂਰਨ ਹੋਏ ਸਨ। ਅੱਜ ਨਾਮੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਜਦ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਾਸ਼ੀ ਤੋਂ ਪਟਨਾ ਸਾਹਿਬ ਆਏ ਤਾਂ ਪਟਨਾ ਸਾਹਿਬ ਦੀ ਸੰਗਤ ਨੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ ਮਨ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ਅਤੇ ਕਿਵੇਂ ਸੱਚ ਨੂੰ ਭੁੱਲ ਗਿਆ ਹੈ। ਤਾਂ ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਕਿਹੜਾ ਮੰਗਲ ਕਰਦੇ ਆ। ਉਸ ਤੋਂ ਬਾਅਦ ਇਹ ਸ਼ਬਦ ਉਚਾਰਨ ਕੀਤਾ ਹੈ। ਆਓ ਮੰਗਲ ਸਰਵਣ ਕਰੋ। ਇੱਕ ਓੰਕਾਰ। ਜਦ ਵੀ ਕੋਈ ਨਵਾਂ ਚੈਪਟਰ ਬਦਲੀ ਹੋਵੇ ਤਾਂ ਉਸ ਵਕਤ ਸਤਿਗੁਰੂ ਮਹਾਰਾਜ ਗੁਰਮਰਿਆਦਾ ਮੁਤਾਬਕ ਮੰਗਲ ਜ਼ਰੂਰ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਭੁੱਲਿਓ ਮਨ ਮਾਇਆ ਉਰਜਾਇਓ। ਬੀਜ ਮੰਤਰ ਉਚਾਰਨ ਕਰਕੇ ਮੰਗਲ ਕਰਨ ਤੋਂ ਉਪਰੰਤ ਮਨ ਦੇ ਪਰਥਾਏ ਉਪਦੇਸ਼ ਬਖਸ਼ਦੇ ਹਨ। ਇਹ ਭੁੱਲਿਓ ਮਨ ਇਹ ਭਾਈ ਸੋ ਮਾਇਆ ਉਰਜਾਇਓ। ਮਾਇਆ ਨੇ ਜੀਵਨ ਦਾ ਜਿਹੜਾ ਮਨ ਹੈ ਚਿੱਤ ਹੈ ਸਰੂਪ ਨੂੰ ਭੁਲਾ ਕੇ ਆਪਣੀ ਮੋਹ ਦੇ ਵਿੱਚ ਉਲਝਾ ਲਿਆ ਫਸਾ ਲਿਆ ਹੈ। ਜਦ ਤੋਂ ਮਾਇਆ ਮੋਹਿਆ ਜੰਮਿਆ ਬਾਅਦ ਵਿੱਚ ਮਾਇਆ ਦਾ ਮੋਹ ਇਹਨੂੰ ਪਹਿਲਾਂ ਚੰਬੜ ਗਿਆ। ਜੈਸੀ ਅਗਨਿ ਹੈ ਮਸਾਂ ਜਠਰਾ ਅਗਨੀ ਦੇ ਸੇਕ ਤੋਂ ਛੁਟਕਾਰਾ ਮਿਲਿਆ ਸੀ ਤੇ ਜਨਮ ਲੈਂਦਿਆਂ ਸਾਰ ਮਾਇਆ ਦੀ ਅਗਨੀ ਆ ਕੇ ਘੇਰਾ ਪੈ ਲਿਆ ਪਾ ਲਿਆ। ਮਹਾਰਾਜ ਫਰਮਾਉਂਦੇ ਜੈਸੀ ਅਗਨ ਉਦਰ ਹੈ ਐਸੀ ਬਾਹਰ ਮਾਇਆ। ਮਾਇਆ ਅਗਨ ਸਭ ਕੋ ਜਿਹੀ ਕਰਤਾ ਖੇਲ ਰਚਾਇਆ। ਯਾਦ ਸੁਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ। ਲੈ ਛੁੜਦੀ ਲੱਗੀ ਤ੍ਰਿਸ਼ਨਾ ਮਾਇਆ ਮਨ ਵਰਤਾਇਆ। ਇਹ ਮਾਇਆ ਜਿਤ ਹਰ ਵਿਸਜੈ ਉਹ ਉਪਜੈ ਭਾਵ ਦੂਜਾ ਆਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਦੇ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਸੋ ਇਹ ਜਿਹੜਾ ਸਾਡਾ ਮਨ ਹੈ ਇਹ ਮਾਇਆ ਨੇ ਆਪਣੇ ਵਿੱਚ ਫਸਾ ਲਿਆ ਹੈ। ਪਲ ਚ ਸਗਲੀ ਹੋਈ ਝੂਠਾ ਧੰਦੇ ਭੋਗ। ਜੋ ਜੋ ਕਰਮ ਕੀਓ ਲਾਲਚ ਲਾਗਾ। ਇਸ ਮਨ ਨੇ ਮਾਇਆ ਦੇ ਲਾਲਚ ਲੋਭ ਦੇ ਵਿੱਚ ਲੱਗ ਕੇ ਜੋ ਵੀ ਇਸ ਕਾਮ ਕਰਮ ਕੀਤੇ ਹਨ ਇਹ ਆਪ ਬਧਾਇਓ। ਉਹਨਾਂ ਕਰਮਾਂ ਦੀ ਵਾਸ਼ਨਾ ਅਨੁਸਾਰ ਜੀਵ ਨੇ ਆਪਣੇ ਆਪ ਨੂੰ ਜਨਮ ਮਰਨ ਦੇ ਬੰਧਨਾਂ ਦੇ ਵਿੱਚ ਬਣਾ ਲਿਆ ਹੈ। ਰਹਾਉ। ਇਸ਼ਨਾਨ ਦੇ ਕੇ ਪ੍ਰਮਾਣ ਕਰਦੇ ਨੇ ਜਿਵੇਂ ਮੱਖੜੀ ਉਹਦਾ ਆਪ ਹੀ ਜਾਲਾ ਬੁਣਦੀ ਹੈ ਤੇ ਉਹਨੂੰ ਵੀ ਪਤਾ ਸੀ ਆਪਣੇ ਬੁਣੇ ਜਾਲ ਦੇ ਵਿੱਚ ਹੀ ਫਸ ਜਾਂਦੀ ਹੈ। ਉਹ ਇੰਝ ਜੀਵ ਆਪ ਹੀ ਪਾਣੀ ਬਣਦੇ ਨੇ। ਨਵੇਂ ਤੋਂ ਨਵੇਂ ਕੰਮ ਸ਼ੁਰੂ ਕਰਦੇ ਹਨ
ਪਰ ਕਈ ਵਾਰ ਸੋ ਪਰਮਾਤਮਾ ਵੱਲੋਂ ਸਦਾ ਪੱਤਰ ਆ ਜਾਂਦਾ ਤੇ ਵਿੱਚੇ ਹੀ ਛੱਡ ਕੇ ਤੁਰਨਾ ਪੈਂਦਾ। ਉਹਨਾਂ ਜੰਜਾਲਾਂ ਦੇ ਵਿੱਚ ਹੀ ਸਾਰੀ ਉਮਰ ਫਸਿਆਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਤੇ ਉਹਨਾਂ ਦੇ ਵਿੱਚ ਹੀ ਮੱਖੀ ਮੱਠਾ ਮਰਨਾ, ਵਿਸ਼ਵਕਾਰ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਹੀ ਸੋ ਲੋੜ ਲਈ ਤ੍ਰਿਸ਼ਨਾ ਤਿਮਤ ਮਨ ਮਾਏ ਮਨ ਰੁਝਿਆ ਰਹਿੰਦਾ, ਇਹਦੇ ਵਿੱਚ ਹੀ ਖਚ ਹੋਇਆ ਸਰੀਰ ਛੁੱਟ ਜਾਂਦਾ ਹੈ। ਸੋ ਜਿੰਨਾ ਵੀ ਕਰਮਾਂ ਦੇ ਅਨੁਸਾਰ ਵਾਸ਼ਨਾਵਾਂ ਜੀਵ ਨੂੰ ਪੈਦਾ ਹੁੰਦੀਆਂ, ਉਹਨਾਂ ਜੀਵਾਂ ਨੇ ਆਪੋ ਆਪਣੇ ਆਪ ਨੂੰ ਵਾਸ਼ਨਾ ਦੇ ਅਨੁਸਾਰ ਵਾਸ਼ਨਾ ਵਧਾਵੇ ਜਾਵੇ ਜਨਮ ਮਨ ਦੇ ਬੰਧਨਾਂ ਵਿੱਚ ਬਣਾ ਲਿਆ ਹੈ। ਸਮਝ ਨਾ ਪਈ ਬਿਖ ਰਸ ਰਚਿਓ। ਇਸ ਮਨ ਨੂੰ ਆਤਮਾ ਦੇ ਵਿਚਾਰ ਦੀ ਜਾਂ ਸਤ ਸੰਦੋਗ ਦੀ ਸਮਝ ਨਹੀਂ ਪਈ, ਸਗੋਂ ਦੁਖਦਾਈ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਦੇ ਰਸ ਵਿੱਚ ਰਚੇ ਹੋਏ ਨੇ। ਆ ਜਸ ਹਰ ਕੋ ਵਿਸਰਾਇਓ। ਪਰਮੇਸ਼ਰ ਹਰੀ ਅਕਾਲ ਪੁਰਖ ਪਰਮਾਤਮਾ ਦਾ ਜਸ ਕਰਨਾ ਭੁਲਾ ਹੀ ਛੱਡਿਆ ਹੈ। ਵਾਹਿਗੁਰੂ ਦੇ ਜਸ ਨੂੰ ਬਹੁਤ ਜ਼ਿਆਦਾ ਕਰਦਾ ਹੈ, ਕੰਜੂਸੀ ਕਰਦਾ ਹੈ। ਗਾਲੀ ਵਾਲ ਬੁਲਾਲੀਆ ਕੰਮ ਨਾਵੇ ਮਿੱਤ, ਫਜ਼ੂਲ ਦੀਆਂ ਗੱਲਾਂ ਵਿੱਚ ਸਮੇਂ ਦੀ ਬਰਬਾਦੀ ਕਰਦਾ ਹੈ। ਸੰਗ ਸੁਆਮੀ ਸੋ ਜਨਿਓ ਨਾਹਿਨਾ। ਜੋ ਸਵਾਮੀ ਮਾਲਕ ਪਰਮੇਸ਼ਰ ਹਰ ਵਕਤ ਹੀ ਅੰਗ ਸੰਗ ਹੈ, ਸਦਾ ਅੰਗ ਸੰਗੇ ਭੰਗਨ ਵਿਭੂਤੇ, ਉਸ ਨੂੰ ਅੰਦਰ ਹੀ ਜਾਣਿਆ ਨਹੀਂ ਹੈ। ਭਾਨ ਖੋਜਨ ਕਉ ਤਾਇਓ। ਅਤੇ ਜੰਗਲਾਂ ਦੇ ਵਿੱਚ ਉਸ ਪਰਮੇਸ਼ਰ ਨੂੰ ਲੱਭਣ ਵਾਸਤੇ ਦੌੜ ਭੱਜ ਕਰਦਾ ਰਿਹਾ। ਪਾਤਸ਼ਾਹ ਜੀ ਦਾ ਵਚਨ ਹੈ, ਫਰੀਦਾ ਜੰਗਲ ਜੰਗਲ ਕਿਆ ਭਰੈ, ਮਨ ਕੰਡਾ ਮੂੜੇ ਵਸੀ ਰਬ ਹਰੀਏ, ਜੰਗਲ ਕਿਆ ਢੂੰਢੇ। ਉਹ ਲਾਗੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹ ਤਾਂ ਦੁਨੀਆ ਦੇ ਵਿੱਚ ਸਭਨਾਂ ਦੇ ਹਿਰਦਿਆਂ ਵਿੱਚ ਵਸ ਰਿਹਾ। ਉਹ ਜੰਗਲ ਵਿੱਚ ਉਹਨੂੰ ਲੱਭਦਾ ਫਿਰਦਾ ਹੈ ਕਿ ਜਿਉਂ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ, ਭਰਮ ਦਾ ਇਹੋ ਜਿਹਾ ਭੁਲਾਇਆ ਹੋਇਆ ਹੈ ਜਿਵੇਂ ਹਰਨ ਕਸਤੂਰੀ ਨੂੰ ਨਹੀਂ ਜਾਣਦਾ, ਇੰਝ ਇਹ ਆਪਣੀ ਅੰਦਰਲੀ ਅਵਸਥਾ ਨੂੰ ਨਾ ਜਾਣਦਾ ਹੋਇਆ ਬਾਹਰ ਭਟਕ ਗਿਆ ਹੈ। ਰਾਮ ਰਤਨ ਰਾਮ ਕਟਹਿ ਕੇ ਭੀਤਰ। ਰਤਨ ਮਾਨਕ ਦੀ ਤਰ੍ਹਾਂ ਅਮੋਲਕ ਰਾਮ ਪਰਮੇਸ਼ਰ ਹਿਰਦੇ ਦੇ ਅੰਦਰ ਹੀ ਹੈ। ਤਾਂ ਕੋ ਗਿਆਨ ਨ ਪਾਇਓ। ਪਰ ਉਸ ਪਰਮੇਸ਼ਰ ਦਾ ਗੁਰਾਂ ਨਾਲ ਮਿਲ ਕੇ ਬ੍ਰਹਮ ਗਿਆਨ ਇਸ ਨੇ ਪ੍ਰਾਪਤ ਨਹੀਂ ਕੀਤਾ। ਧਨ ਨਾਨਕ ਭਗਵੰਤ ਭਜਨ ਬਿਨ। ਆਸ਼ਾ ਦਾ ਬਚਨ ਹੈ, ਨਾਮ ਨੇ ਦੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਿਕਰ ਦਸਨਾ। ਸਤਿਗੁਰੂ ਸਾਹਿਬ ਕਥਨ ਕਰਦੇ ਕਿ ਭਗਵੰਤ ਪਰਮੇਸ਼ਰ ਦੇ ਭਜਨ ਸਿਮਰਨ ਜਾਂ ਕੀਰਤਨ ਤੋਂ ਬਿਨਾਂ ਬਿਰਥਾ ਜਨਮ ਗਵਾਇਓ। ਇਹਨਾਂ ਜੀਵਾਂ ਨੇ ਆਪਣੇ ਮਨੁੱਖਾ ਜਨਮ ਨੂੰ ਬੇਅਰਥ ਹੀ ਗਵਾ ਲਿਆ ਹੈ। ਮਾਨੁਖ ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ 12 ਬਾਰ, ਜਿਉਂ ਬਲ ਫਲ ਪਾਕੇ ਭੂਏ ਗਿਰੈ, ਬਹੁ ਨਾ ਲੱਗੇ ਡਰ। ਸੋ ਇੰਝ ਉਹਨਾਂ ਨੇ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ ਹੈ। ਜਹਤ ਸਰੀ ਮਹੱਲਾ ਨਵਾ। ਨਾਮੀ ਪਾਤਸ਼ਾਹ ਜਿਨ੍ਹਾਂ ਦੇ ਚਰਨਾਂ ਵਿੱਚ ਇੱਕ ਸਿੱਖ
ਆ ਕੇ ਚਰਨੀ ਪਿਆ। ਇਹ ਬੇਨਤੀ ਕਰਨ ਲੱਗਾ ਕਿ ਇਹ ਸਤਿਗੁਰੂ ਜੀ, ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ, ਆਪ ਜੀ ਮੇਰੀ ਰੱਖਿਆ ਕਰੋ। ਤਾਂ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਪਰਮੇਸ਼ਰ ਵਾਹਿਗੁਰੂ ਜੀ ਅੱਗੇ ਇਉਂ ਅਰਦਾਸ ਬੇਨਤੀ ਕਰ। ਹਰ ਜੂ ਰਾਖ ਲਿਹੁ ਪਤ ਮੇਰੀ। ਹਰੀ ਪਰਮੇਸ਼ਰ ਜੀ, ਆਪ ਜੀ ਕਿਰਪਾ ਦ੍ਰਿਸ਼ਟੀ ਕਰਕੇ ਮੇਰੀ ਲੋਕ ਅਤੇ ਬਲੋਕ ਦੇ ਵਿੱਚ ਇੱਜ਼ਤ ਰੱਖ ਲਵੋ। ਹਰ ਜੂ ਅੱਖਰ ਹੈ। ਪਟਨਾ ਸਾਹਿਬ ਬਿਹਾਰ ਵੱਲ ਨੂੰ ਜਦ ਜਾਂਦੇ ਹਾਂ ਤਾਂ ਜੀ ਨੂੰ ਜੂ ਕਹਿੰਦੇ ਹਨ। ਉਸੇ ਬੋਲੀ ਅਨੁਸਾਰ ਮਹਾਰਾਜ ਉਹਨਾਂ ਦੀ ਬੋਲੀ ਦਾ ਸਤਿਕਾਰ ਕਰਦਿਆਂ ਹੋਇਆ ਇਹ ਸ਼ਬਦ ਉਚਾਰਨ ਕਰ ਰਹੇ ਨੇ। ਜਿਵੇਂ 10ਵੇਂ ਪਾਤਸ਼ਾਹ ਜੀ ਨੇ ਵੀ ਸ੍ਰੀ ਚੌਪਈ ਸਾਹਿਬ ਦੇ ਵਿੱਚ ਕਥਨ ਕੀਤਾ ਹੈ ਕਿ ਜਮਨ ਕਾਲ ਜੋਗੀ ਸਿੱਖ ਭਇਓ, ਜਮਨ ਕਾਲ ਜੋਗੀ ਸਿੱਖ ਕੀਓ, ਵੇਦ ਰਾਜ ਬ੍ਰਹਮਾ ਜੋਤੀਓ। ਸੋ ਇਉਂ ਜੀ ਨੂੰ ਜੂ ਲਿਖਿਆ ਹੈ। ਕਲਗੀਧਰ ਮਹਾਰਾਜ ਨੇ ਵੀ ਜਸ ਕਹਿੰਦੇ ਹਨ ਕਿ ਹਰ ਜੂ ਰਾਖ ਲਿਹੁ ਪਤ ਮੇਰੀ। ਹੈ ਹਰ ਜੂ, ਇਹ ਹਰ ਜੀ, ਇਹ ਪਰਮੇਸ਼ਰ ਜੀ, ਆਪ ਜੀ ਦਇਆ ਦ੍ਰਿਸ਼ਟੀ ਕਰਕੇ ਲੋਕ ਪਲੋਕ ਵਿੱਚ ਮੇਰੀ ਇੱਜ਼ਤ ਰੱਖ ਲਵੋ ਜੀ, ਕਿਉਂਕਿ ਜਮ ਕੋ ਤਰਾਸ ਪਾਇਓ ਅੰਤਰ। ਮੇਰੇ ਹਿਰਦੇ ਦੇ ਵਿੱਚ ਯਮ ਰਾਜ ਦੇ ਦੂਤਾਂ ਦਾ ਜਾਂ ਜਮਨ ਮਰਨ ਦਾ ਡਰ ਹੋ ਗਿਆ ਹੈ। ਸਦਾ ਸਰਨ ਕਹੀਂ ਕਿਰਪਾ ਨਿਤ ਤੇਰੀ। ਇਹ ਕਿਰਪਾ ਦਇਆ ਦੇ ਖਜ਼ਾਨੇ ਹੈ ਜਾਂ ਸਮੁੰਦਰ ਪਰਮੇਸ਼ਰ ਜੀ, ਮੈਂ ਜਮਾ ਜਾਂ ਜਮਾ ਮਰਨ ਤੋਂ ਛੁਟਕਾਰੇ ਵਾਸਤੇ ਰਹਾਉ। ਸ਼ਰਨ ਗਈ ਕਿਰਪਾ ਨਿਤ ਤੇਰੀ। ਸੋ ਤੇਰੀ ਸ਼ਰਨ, ਤੇਰੀ ਓਟ ਗ੍ਰਹਿਣ ਕੀਤੀ ਹੈ। ਇਹ ਸਮੁੰਦਰ ਪਰਮੇਸ਼ਰ ਜੀ, ਮੈਂ ਜਮਾ ਤੋਂ ਜਮਣ ਮਨ ਤੋਂ ਬਚਣ ਲਈ ਤੇਰੀ ਓਟ ਵਿੱਚ ਆਇਆ। ਤੇਰੀ ਓਟ ਮੇਰੇ ਦੀਨ ਦਿਆਲ, ਸੁਖ ਸਾਗਰ ਮੇਰੇ ਗੁਰ ਗੋਪਾਲ। ਸਰਨ ਨਾਥ ਬੋਲੀਆਂ ਗੋਪਾਲ ਰਾਜ ਬੋਲੀਆਂ ਮਹਾਰਾਜ। ਸੋ ਪ੍ਰਭ ਕੀ ਸ਼ਰਨ ਸਗਲ ਪੈ ਲਾਤੇ, ਦੁਖ ਮਨ ਸੇ ਸੁਖ ਪਾਇਆ। ਜਿਨ੍ਹਾਂ ਦੇ ਆਪ ਨੇ ਕਿਰਪਾ ਕੀਤੀ ਹੈ, ਆਪ ਦੀ ਸ਼ਰਨ ਵਿੱਚ ਰੱਖਿਆ, ਸੋ ਉਹਨਾਂ ਨੂੰ ਇਹ ਵਾਹਿਗੁਰੂ ਕਿਰਪਾ ਭਰਾ ਹੱਥ ਦੇ ਕੇ ਯਮਾਂ ਤੋਂ ਬਚਾ ਲਿਆ ਹੈ। तो कहते जिस पापी को मिले ना ढोई, सन आवे तां निर्मल होई। जिस पापी नूं किते भी ढोई नहीं मिलती, ये महाराज जी तेरी शरण में आ जाए तो ही निर्मल हो जाता है। इसलिए मैनूं जमन मरण तो बहुता ज़्यादा डर लगता है। मैं थोड़ी शरण में आया हाँ, तो जमन मन तो बचाव के वास्ते आप की ओट ग्रहण की, उन्होंने पूरा भरोसा कि आप मैनू मुक्त कर दोगे। तो विश्राम दे के फरमाते हैं, महापतित मुग्ध लोभी धुन। परमेश्वर जी मैं बड़ा शुभ कर्मा मदों पतित गिरिया होया हाँ। हर शास्त्री ज्ञान को ही ना ये समझ करत पाप अपहरा। पदार्थों को जोड़न का लालची भी है, क्यों हुण मैं पाप गुनाह करता हार चुका हाँ, थक गया है। नहीं मैं तो कोई गुनाह होंगे बड़ा कुछ दुनिया में वेखिया है जी, हुण कृपा करके बख्श दो। मरबे को बिसरत नाहिना। मैनू मरण का बहुत ज्यादा अंदरों डर लग रहा है। अंदरला जिहड़ा मरण का डर है कभी भुलदा नहीं है, भाव हर वक्त
ਮੈਨੂੰ ਚੇਤੇ ਰਹਿੰਦਾ ਕਿ ਮੈਂ ਮਰ ਜਾਣਾ। ਦੇਹ ਚਿੰਤਾ ਤਨ ਜਾਣਾ। ਉਸੇ ਮਰਨ ਦੀ ਚਿੰਤਾ ਰੂਪਕ ਨੇ ਮੇਰਾ ਸਰੀਰ ਸਾੜ ਛੱਡਿਆ ਹੈ। ਜਿਵੇਂ ਕਲਗੀਧਰ ਮਹਾਰਾਜ ਮਾਲਵੇ ਵਿੱਚ ਵਿਚਰ ਰਹੇ ਸੀ, ਕੋਈ ਖਬਰ ਪੁੱਟ ਕੇ ਲੰਮੇ ਪਿਆ ਸੀ ਤੇ ਮਹਾਰਾਜ ਨੇ ਪੁੱਛਿਆ ਕਿ ਇਹ ਸੰਤ ਜੀ, ਤੁਸੀਂ ਖਬਰ ਪੁੱਟ ਕੇ ਆਪ ਹੀ ਲੰਮੇ ਕਿਉਂ ਪਏ ਹੋਏ ਹੋ? ਕਹਿਣ ਲੱਗਾ, ਮਹਾਰਾਜ ਮੈਨੂੰ ਡਰ ਬੜਾ ਲੱਗਦਾ ਹੈ ਮੌਤ ਤੋਂ, ਮੈਂ ਮਰਨਾ ਨਹੀਂ ਚਾਹੁੰਦਾ। ਮਹਾਰਾਜ ਕਹਿੰਦੇ, ਉੱਠ ਬਾਹਰ ਨਿਕਲ, ਜਿੱਦਣ ਮੌਤ ਹੋਣੀ ਉਸ ਦਿਨ ਤਾਂ ਆਉਣੀ ਤੂੰ ਪਹਿਲਾਂ ਡਰੀ ਜਾਂਦਾ ਹੈ। ਜਾਂ ਤੇ ਜਦੋਂ ਫਿਰ ਵੀ ਸਾਡੇ ਨਾਲ ਹੋਣੀ ਹੋਵੇ ਫਿਰ ਤਾਂ ਸੋਚੀਏ, ਸਭ ਸੰਸਾਰ ਦੇ ਵਿੱਚ ਇੱਕ ਜੈਸੀ ਰੀਤੀ ਹੈ। ਕੋਈ ਵੀ ਪਰਿਵਾਰ ਇਹੋ ਜਿਹਾ ਨਹੀਂ ਜਿਨ੍ਹਾਂ ਦਾ ਕੋਈ ਮੈਂਬਰ ਚੜ੍ਹਾਈ ਨਾ ਕੀਤਾ ਹੋਵੇ, ਤੇ ਤੂੰ ਕਿਉਂ ਡਰਦਾ ਹੈ? ਉੱਠ ਬਾਣੀ ਪੜ੍ਹ, ਨਾਮ ਜਪ। ਜਦ ਆਪਾਂ ਡਰ ਬਾਰੇ ਵੀ ਸੋਚਦੇ ਰਹਿੰਦੇ ਹਾਂ ਕਿ ਆਹ ਨਾ ਹੋ ਜਾਏ, ਉਹ ਨਾ ਹੋ ਜਾਏ, ਉਹ ਮਨ ਵਿੱਚ ਗੱਲ ਘਰ ਕਰ ਜਾਂਦੀ ਹੈ। ਇਸ ਵਾਸਤੇ ਡਰ ਦੀ ਸੋਚ ਖਤਮ ਕਰਕੇ ਪ੍ਰਭੂ ਦੇ ਨਾਮ ਦੀ ਸੋਚ ਪੈਦਾ ਕਰਨੀ ਹੈ। ਨਾਮ ਦੇ ਨਾਲ ਧੀਰਜ ਆਉਂਦੀ, ਭਰੋਸਾ ਵੱਧਦਾ ਹੈ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਦਇਆਲ ਕੋ ਅਪਾਰ ਬ੍ਰਹਮ ਸੁਆਮੀ, ਪੂਰਾ ਸਭ ਧਿਆਇਆ। ਸੋ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਮੈਨੂੰ ਮਰਨ ਤੋਂ ਬੜਾ ਡਰ ਲੱਗਦਾ। ਮਹਾਰਾਜ ਨੂੰ ਬਾਹਰ ਕੱਢਿਆ, ਬਾਹਰ ਕੱਢ ਕੇ ਉਹਦਾ ਕੇਸੀ ਇਸ਼ਨਾਨ ਕਰਾਇਆ। ਕੇਸੀ ਇਸ਼ਨਾਨ ਕਰਵਾ ਕੇ ਤੇ ਖੰਡੇ ਬਾਟੀ ਦਾ ਅੰਮ੍ਰਿਤ ਛਕਾਇਆ। ਉਹਦਾ ਸਿਰ ਸੁਲਵਾ ਕੇ ਚੰਗੀ ਤਰ੍ਹਾਂ ਆਖਿਆ ਵੀ ਸੋਹਣਾ ਬੜਾ ਤੂੰ ਬੰਦਿਆਂ ਵਰਗਾ ਆਪਣਾ ਚਿਹਰਾ ਬੁਰਾ ਬਣਾ। ਇਹਨੂੰ ਬੁਰੀ ਹਾਲਤ ਕੀਤੀ ਪਈ ਹੈ, ਸਰੀਰ ਵੀ ਮਿੱਟੀ ਨਾਲ ਭਰਿਆ ਹੋਇਆ, ਕੇਸਾਂ 'ਚ ਵੀ ਮਿੱਟੀ, ਮੁੱਖ ਭਰ ਕੇ ਜਿਵੇਂ ਕਿਸੇ ਨੇ ਪਾਈ ਹੋਵੇ। ਇਹਨੂੰ ਸਾਫ਼ ਸਫਾਈ ਕਰਾ ਕੇ ਅੰਮ੍ਰਿਤ ਛਕਾ ਕੇ ਨਾਮ ਰੱਖਿਆ ਅਜਮੇਰ ਸਿੰਘ। ਆਖਿਆ ਪਾਠ ਕਰ, ਕਥਾ ਕੀਰਤਨ ਸੁਣ, ਵਾਹਿਗੁਰੂ ਵਾਹਿਗੁਰੂ ਕਰ। ਫਿਰ ਮਹਾਰਾਜ ਕਹਿਣ ਲੱਗੇ, ਹੁਣ ਦੱਸ, ਹੁਣ ਡਰ ਲੱਗਦਾ? ਕਹਿੰਦਾ ਜੀ ਪਤਾ ਨਹੀਂ ਆਪ ਨੇ ਕੈਸੀ ਕਿਰਪਾ ਕਰ ਦਿੱਤੀ ਹੈ। ਫਿਰ ਇਹ ਸ਼ਕਤੀ ਭਰਿਆ ਅੰਮ੍ਰਿਤ ਆਪ ਨੇ ਛਕਾ ਕੇ ਪਤਾ ਨਹੀਂ ਕੀ ਕਰ ਦਿੱਤਾ ਹੈ। ਹੁਣ ਤਾਂ ਜੇ ਯਮਦੂਤ ਵੀ ਮੇਰੇ ਸਾਹਮਣੇ ਆ ਜਾਏ, ਮੌਤ ਵੀ ਆਵੇ, ਤਾਂ ਮੇਰੇ 'ਚ ਆਪ ਨੇ ਇਹਨਾਂ ਬਲ ਭਾਰ ਦਿੱਤਾ ਦੀ ਸਮਰੱਥਾ ਕਰ ਦਿੱਤੀ ਕਿ ਉਹਨਾਂ ਨੂੰ ਵੀ ਮੈਂ ਮਾਰ ਕੇ ਫਾਂਸੀ ਕਰ ਦਿਆਂਗਾ। ਐਸੀ ਮਹਾਰਾਜ ਦੀ ਬਖਸ਼ਿਸ਼ ਹੈ। ਮਹਾਰਾਜ ਮੈਨੂੰ ਮਰਨ ਤੋਂ ਬੜਾ ਡਰ ਲੱਗਦਾ। ਮਰਨ ਦਾ ਡਰ ਕਦੀ ਨਹੀਂ ਕੋ ਲੱਗਦਾ, ਹਰ ਵਕਤ ਚੇਤੇ ਰਹਿੰਦਾ ਹੈ। ਉਸੇ ਮਰਨ ਦੀ ਚਿੰਤਾ ਨੂੰ ਰੱਬ ਨੇ ਮੇਰੇ ਸਰੀਰ ਨੂੰ ਸਾੜ ਸੁੱਟਿਆ ਹੈ। ਜਿਹੜੇ ਰੱਬ ਦੇ ਪਿਆਰ ਵਾਲੇ ਨੇ, ਸੰਤ ਤੁਮਾਰੇ ਤੁਮਰੇ ਪ੍ਰੀਤਮ, ਤੇਰੇ ਕੋ ਕਾਲ ਨਾ ਖਾਤੇ। ਕਾਲ ਸਭਨਾਂ ਨੂੰ ਖਾਈ ਜਾ ਰਿਹਾ। ਇਹ ਵਾਹਿਗੁਰੂ ਜਿਹੜੇ ਤੇਰੇ ਸੰਤ ਨੇ, ਇਹ ਪ੍ਰੀਤਮ ਪਿਆਰੇ, ਤੇਰਾ ਨਾਮ ਜਪਣ ਵਾਲੇ ਨੇ, ਉਹਨਾਂ ਨੂੰ ਕਾਲ ਪੱਖਾ ਨਹੀਂ ਕਰਦਾ। ਉਹ ਮਰਨ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਪਾਉਂਦੇ ਹਨ। ਇੱਕ ਉਹਨਾਂ ਨੂੰ ਪਦਵੀ ਦਿੱਤੀ ਜਾਂਦੀ ਅਮਰ ਸ਼ਹੀਦ ਦੀ, ਜਿਹੜੇ ਮਰ ਕੇ ਵੀ ਸ਼ਹੀਦ ਹੋ ਕੇ ਵੀ ਅਮਰ ਰਹੇ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਦ ਆਪ ਦੇਖੋ, ਭਾਵੇਂ ਬੜੀ ਦਾ ਦਿੱਤਾ ਚਾਂਦਨੀ ਚੌਂਕ ਵਿੱਚ, ਤੇ ਉਹ ਹਮੇਸ਼ਾ ਲਈ ਅਮਰ ਹੋ ਗਏ। ਗੁਰਦੁਆਰਾ ਸੀਸਗੰਜ ਸਾਹਿਬ ਜਾਂ ਸੋਹਣਾ ਦੀਵਾਨ ਸਾਹਿਬ ਜਾਂ ਡੇਲੀ ਹੀ ਸੰਗਤਾਂ ਉੱਥੇ ਗੁਰੂ ਘਰ ਭਰਿਆ ਰਹਿੰਦਾ। ਆਸਾਰੀ ਵਾਰ ਦਾ ਕੀਰਤਨ, ਕਥਾ ਆਦਿਕ ਸਮਾਗਮ ਦਿਨ ਰਾਤ ਚੱਲਦਾ ਰਹਿੰਦਾ ਹੈ। ਭਾਈ ਮਤੀ ਦਾਸ ਜੀ ਦਾ ਵੱਖਰਾ ਸਮਾਰਕ ਚੌਂਕ ਦੇ ਵਿੱਚ ਕਾਰ ਬਣਿਆ ਹੋਇਆ, ਜਿੱਥੇ ਫੁੱਲ ਮਾਲਾ ਭੇਟਾਂ ਕੀਤੀਆਂ ਜਾਂਦੀਆਂ। ਇੰਝ ਗੁਰੂ ਘਰ ਦੇ ਵਿੱਚ ਤਾਂ ਰੌਣਕਾਂ ਲੱਗੀਆਂ ਹੋਈਆਂ, ਕਿੰਨਾ ਲੰਗਰ ਪਾਣੀ ਵਰਤ ਰਿਹਾ ਹੈ, ਆਏ ਗਏ ਨੂੰ ਰਹਿਣ ਦੀ ਜਗ੍ਹਾ ਹੈ।
ਤੇ ਅਧਿਆਤਮਕ ਪੱਖ ਵਾਲੀ ਵੀ ਤਰੱਕੀ ਲਈ ਮਹਾਰਾਜ ਦੀ ਬਾਣੀ ਦਾ ਪਾਠ ਕਥਾ ਕੀਰਤਨ ਉੱਥੇ ਅਖੰਡ ਪ੍ਰਵਾਹ ਚੱਲ ਰਿਹਾ। ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸ਼ੋਭਾ ਪਾ ਰਹੀਆਂ ਨੇ। ਤੇ ਜਿੱਥੇ ਲਾਲ ਕਿਲ੍ਹਾ, ਜਿੱਥੇ ਕਚਹਿਰੀ ਲੱਗਦੀ ਸੀ, ਜਿਹਦੇ ਵਿੱਚੋਂ ਫਤਵਾ ਦਿੱਤਾ ਗਿਆ ਮਹਾਰਾਜ ਸਾਹਿਬ ਦੀ ਸ਼ਹੀਦੀ ਦਾ ਜਾਂ ਸਿੰਘਾਂ ਨੂੰ ਸ਼ਹੀਦ ਕਰਨ ਦਾ, ਉੱਥੇ ਵੇਖੋ ਬਸ ਉਹ ਕਿਲ੍ਹਾ ਹੀ ਹੈ। ਮੈਂ ਤਾਂ ਕਦੀ ਅੰਦਰ ਗਿਆ ਹੀ ਨਹੀਂ, ਨਾ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇੱਟਾਂ ਰੋੜੇ ਨੂੰ ਵੇਖ ਕੇ ਕੀ ਕਰਨਾ। ਆਪ ਕਬੂਤਰ ਉਹਦੇ ਇਕੱਠਾ ਕਰਦੇ, ਕੋਈ ਹਾਲਤ ਨਹੀਂ, ਪਰ ਝੰਡਾ ਜਿਹਾ ਚਲਾਇਆ ਹੋਇਆ। ਵੱਧ ਤੋਂ 15 ਕਰਦੇ 26 ਜਨਵਰੀ ਵਾਲੇ ਦਿਨ ਉੱਤੇ ਉਹ ਲੈਫਟ ਰਾਈਟ ਆ ਕੇ ਕਰਦੇ ਹੋਣਗੇ ਕਿ ਬਾਕੀ ਤਾਂ ਉੱਥੇ ਉਜਾੜ ਹੀ ਪਈ ਹੋਈ ਆ। ਇਸ ਵਾਸਤੇ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਜਿਹੜੇ ਪਿਆਰੇ ਸਿੰਘ ਹਨ, ਉਹਨਾਂ ਨੂੰ ਕੋਈ ਮੌਤ ਦਾ ਡਰ ਨਹੀਂ। ਧੰਨ ਬਾਬਾ ਦੀਪ ਸਿੰਘ ਸਾਹਿਬ ਵੱਲ ਵੇਖੋ, ਮੌਤ ਆ ਕੇ ਸਾਹਮਣੇ ਖੜ ਗਈ, ਕਹਿੰਦੇ ਬਾਬਾ ਜੀ ਇਹ ਤੂੰ ਅਰਦਾਸ ਗਲਤ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਖੜੇ ਹੋ ਕੇ ਤੇ ਬਾਬਾ ਜੀ ਨੇ ਅਰਦਾਸ ਕੀਤੀ ਵੀ ਇਹ ਰੱਬ ਸੱਚਿਆ, ਸੱਚਮੁੱਚ ਜੇ ਤੂੰ ਜਾਣਾ ਹੈ ਤੇ ਮੈਨੂੰ ਦਰਬਾਰ ਸਾਹਿਬ ਜ਼ਰੂਰ ਪਹੁੰਚਾ। ਇੱਕ ਵਾਰੀ ਵੇਖਾਂ ਤਾਂ ਸਹੀ ਕਿ ਕਿਹੜੇ ਲੋਕਾਂ ਨੂੰ ਬੇਦਬੀ ਕੀਤੀ ਹੈ। ਜਿੰਨਾ ਚਿਰ ਦਰਬਾਰ ਸਾਹਿਬ ਨੂੰ ਆਜ਼ਾਦ ਨਾ ਕਰਵਾ ਲਵਾਂ, ਉਹਨਾਂ ਚਿਰ ਮਹਾਰਾਜ ਮੇਰੇ ਸਵਾਸ ਖਤਮ ਨਾ ਹੋਣ। ਇਹ ਕਿਰਪਾ ਕਰ ਮੇਰੀ ਅਰਦਾਸ ਪੂਰੀ ਕਰੀ, ਅੰਗ ਸੰਗ ਸਹਾਈ ਹੋਵੇ। ਮੌਤ ਨੇ ਆਖਿਆ ਬਾਬਾ ਜੀ ਇਹ ਅਰਦਾਸ ਨਾ ਕਰ, ਇਹ ਤੇਰੀ ਅਰਦਾਸ ਸਹੀ ਨਹੀਂ ਹੈ। ਤੂੰ ਅਰਦਾਸ ਇਹ ਕਰ ਵੀ ਮੈਂ ਮਰ ਭਾਵੇਂ ਜਾਵਾਂ, ਸ਼ਹੀਦੀ ਭਾਵੇਂ ਪਾ ਲਵਾਂ, ਪਰ ਕਿਸੇ ਦੀ ਕੀਮ ਨਹੀਂ ਮੰਨੂ, ਕਿਸੇ ਦੇ ਚੁੱਕੂਗਾ ਨਹੀਂ। ਇਹ ਨਾ ਕਹਿ ਵੀ ਜਿੰਨਾ ਚਿਰ ਆਜ਼ਾਦ ਨਾ ਕਰਾ ਲਾਂਗਾ ਉਹਨਾਂ ਚਿਰ ਮਰੂੰਗਾ ਨਹੀਂ। ਮੈਂ ਵੱਡੇ ਵੱਡਿਆਂ ਨੂੰ ਸੁੱਟ ਦਿੱਤਾ ਹੈ, ਮੇਰਾ ਪ੍ਰਭਾਵ, ਮੇਰਾ ਬਲ ਬਹੁਤ ਜ਼ਿਆਦਾ ਹੈ। ਬਾਬਾ ਜੀ ਨੇ ਖੰਡਾ ਮਾਰ ਕੇ ਮੌਤ ਨੂੰ ਵੀ ਛੇੜ ਦਿੱਤਾ। ਗੁਰਦੁਆਰਾ ਟਾਹਲਾ ਸਾਹਿਬ ਇਸ ਗੱਲ ਦੀ ਗਵਾਹੀ ਭਰਦਾ ਹੈ, ਜਦੋਂ ਬਾਬਾ ਜੀ ਦਾ ਪਾਵਨ ਸੀਸ ਜਹਾਨ ਖਾਨ ਦੇ ਨਾਲ ਯੁੱਧ ਕਰਦਿਆਂ ਸਾਂਝੀ ਵਾਰ ਦੇ ਨਾਲ ਉਤਰ ਕੇ ਧਰਤੀ 'ਤੇ ਡਿੱਗ ਪਿਆ। ਕਈ ਜਿਹੜੇ ਮਿਸ਼ਨਰੀ ਵਾਲੇ ਪ੍ਰਚਾਰਕ ਨੇ ਕਹਿੰਦੇ ਅੱਗੇ ਜੀ ਬਾਬਾ ਜੀ ਦਾ ਸੀਸ ਲੱਥਾ ਨਹੀਂ ਸੀ। ਉਹਦਾ ਪੁੱਛਿਆ ਕੀ ਹੋਇਆ ਸੀ? ਕਹਿੰਦੇ ਜੀ ਫੱਟ ਲੱਗਾ ਸੀ। ਤੇ ਬਾਬਾ ਜੀ ਨੇ ਮਾੜਾ ਜਿਹਾ ਹੱਥ ਦਾ ਆਸਰਾ ਦੇ ਕੇ ਤੇ ਯੁੱਧ ਕੀਤਾ ਹੈ। ਸਾਧ ਸੰਗਤ ਜੀ ਫੱਟ ਲੱਗੇ ਤੋਂ ਵੀ, ਫਿਰ ਗਰਦਨ ਦਾ ਫੱਟ ਹੋਵੇ, ਗਲੇ ਦੇ ਉੱਪਰ ਕਿਰਪਾਨ ਵੱਜੀ ਹੋਵੇ, ਤੇ ਤਾਂ ਵੀ ਜੇ ਇਹ ਵੀ ਗੱਲ ਮੰਨ ਲਈਏ ਤਾਂ ਵੀ ਯੁੱਧ ਨਹੀਂ ਹੋ ਸਕਦਾ। ਆਮ ਇਨਸਾਨ ਦੇ ਤਾਂ ਵੱਸ ਦੀ ਬਾਤ ਕੋਈ ਨਹੀਂ, ਸ਼ਕਤੀ ਤਾਂ ਮੰਨਣੀ ਪਊਗੀ। ਚਲੋ ਕਰਾਮਾਤ ਤਾਂ ਨਹੀਂ ਮੰਨਦੇ, ਪਰ ਜਿਹੜਾ ਅੰਮ੍ਰਿਤ ਛਕਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜੋ ਬਾਬਾ ਜੀ ਨੇ ਬਾਣੀ ਦਾ ਪਾਠ ਪੜ੍ਹਿਆ ਹੈ, ਗੁਰਬਾਣੀ ਦੀ ਵੀ ਤਾਂ ਕੋਈ ਤਾਕਤ ਹੁੰਦੀ ਹੈ, ਕੁਝ ਨਾ ਕੁਝ ਤਾਂ ਮੰਨਣਾ ਪਊਗਾ ਹੀ। ਪਰ ਨਹੀਂ, ਐਸਾ ਨਹੀਂ। ਸੀਸ ਉੱਤਰ ਕੇ ਧਰਤੀ 'ਤੇ ਡਿੱਗ ਪਿਆ ਸੀ। ਕਹਿਣ ਲੱਗੀ ਹੁਣ ਸੁਣਾ ਬਾਬਾ, ਮੈਂ ਤੈਨੂੰ ਪਹਿਲਾਂ ਆਖਿਆ ਸੀ ਵੀ ਅਰਦਾਸ ਨੂੰ ਗਲਤ ਕੀਤੀ ਹੈ। ਦੇਖਿਆ ਮੇਰੇ ਜੌਰ ਸਿੰਘ ਕਹਿਣ ਲੱਗੇ ਬਾਬਾ ਜੀ ਆਪਨੇ ਅਰਦਾਸਾਂ ਸੋਧਿਆ ਸੀ ਕਿ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਮੈਂ ਸੀਸ ਪਿੱਟਾ ਕਰਾਂਗਾ, ਦਰਬਾਰ ਸਾਹਿਬ ਨੂੰ ਆਜ਼ਾਦ ਕਰਾਵਾਂਗਾ। ਮੁਸਲਮਾਨ ਦੇ ਸਿਰ 'ਤੇ ਖੜੇ ਫੂਕਾ ਮਾਰੇ ਨੇ, ਤੁਸੀਂ ਇੱਥੇ ਫਤਿਹ ਬੁਲਾ ਕੇ ਜਰਨੈਲ ਤੋਂ ਬਗੈਰ, ਸੈਨਾਪਤੀ ਤੋਂ ਬਗੈਰ ਫੌਜ ਕਾਹਦੀ ਹੋਈ ਹੈ? ਸਮਾਧੀ ਸਖਤ ਸੀਗੇ, ਪਤਾ ਹੀ ਨਹੀਂ ਚੱਲਿਆ ਕਿ ਸਾਡਾ ਸੀਸ ਉਤਰਿਆ ਹੋਇਆ। ਕਹਿੰਦੇ ਕੀ ਹੋਇਆ? ਕਹਿੰਦੇ ਬਾਬਾ ਜੀ ਤੁਹਾਡਾ ਸੀਸ ਉਤਰ ਗਿਆ। ਕਹਿੰਦੇ ਹੈ ਪਤਾ ਹੀ ਲੱਗਿਆ। ਤੇ
ਤਾਂ ਵੈਸੇ ਕੁਛ ਨਹੀਂ ਹੋਇਆ, ਮੈਂ ਤਾਂ ਉਂਝ ਦਾ ਉਂਝ ਹੀ ਹਾਂ, ਤੁਸੀਂ ਇਉਂ ਕਰੋ ਤਾਂ ਸਿਰ ਮੇਰਾ ਤਲੀ ਤੇ ਰੱਖ ਦਿਓ। ਖੱਬਾ ਹੱਥ ਬਾਬਾ ਜੀ ਨੇ ਕੀਤਾ, ਖੱਬੀ ਤਲੀ ਤੇ ਸੀਸ ਰਖਾ ਲਿਆ, ਖੱਬੀ ਤਲੀ ਤੇ ਸੀਸ ਰਖਾਇਆ, ਸੱਜੇ ਹੱਥ ਨਾਲ 18 ਸਿਰ ਦਾ ਖੰਡਾ ਪਕੜਿਆ। 90 ਸਾਲ ਦੀ ਬਜ਼ੁਰਗ ਅਵਸਥਾ ਦੇ ਵਿੱਚ 3.5 ਮੀਲ ਦੀ ਦੂਰੀ ਹੋ ਗਈ। ਕਿਲੋਮੀਟਰ ਮੀਲਾਂ ਨਾਲੋਂ ਛੋਟੇ ਹੁੰਦੇ ਨੇ, ਕਿਲੋਮੀਟਰ ਤਾਂ ਜ਼ਿਆਦਾ ਬਣ ਜਾਂਦੇ ਆ। ਸੋ ਸੱਜੇ ਖੱਬੇ ਪਤਾ ਨਹੀਂ ਕਿੰਨਾ ਚਿਰ ਉੱਥੇ ਯੁੱਧ ਕੀਤਾ ਹੋਊਗਾ, ਘਮਸਾਨ ਦਾ ਯੁੱਧ ਮੱਚਿਆ ਸੀ। ਜਹਾਨ ਖਾਨ ਦਾ ਬਾਬਾ ਜੀ ਦੇ ਵਾਰ ਨਾਲ ਹੀ ਮਾਰਿਆ ਗਿਆ। ਤੇ ਜਿਹੜਾ ਜਕਰੀਏ ਦਾ ਅਬਦਾਲੀ ਦਾ ਮੁੰਡਾ ਸੀਗਾ, ਉਹਨੇ ਵੇਖਿਆ ਇਹ ਤਾਂ ਮਰੇ ਵੀ ਯੁੱਧ ਕਰ ਰਹੇ ਨੇ, ਉੱਠ ਕੇ ਖੜੋ ਗਏ। ਘੋੜਾ ਦਾ ਸਿੰਘਾ ਮਾਰ ਕੱਟਿਆ, ਮੁੜ ਕੇ ਉਹ ਜੁੱਤੀ ਲਾ ਕੇ ਭੱਜਿਆ ਸੀ, ਪਿੱਛਾ ਘੁੰਮੇ ਨੂੰ ਉਹਨੇ ਵੇਖਿਆ। ਅਬਦਾਲੀ ਦੀ ਤਾਂ ਉਹ ਨੱਕ ਦੀ ਫਰਿੱਟ ਵੱਜੀ ਸੀ, ਉਹਦਾ ਪਛਾਣ ਹੀ ਮੁੜ ਗਿਆ ਉੱਧਰ ਹੀ। ਰਾਜਾ ਸਾਂਸੀ ਉਹਦੇ ਤੰਬੂ ਸੀਗੇ। ਜਦ ਦਰਬਾਰ ਸਾਹਿਬ ਨੂੰ ਉਹਨੇ ਢਾਇਆ ਤੇ ਪਹਿਲੀ ਇੱਟੀ ਨੱਕ ਤੇ ਵੱਜੀ ਤੇ ਉਹਨੂੰ ਇੰਨੀ ਦਰਦ ਹੋਈ ਉੱਥੇ ਖੜਾ ਨਹੀਂ ਹੋ ਸਕਿਆ। ਤੇ ਉਹ ਕਹਿੰਦਾ ਮੈਨੂੰ ਆਪਣੇ ਤੰਬੂਆਂ 'ਚ ਲੈ ਜਾਓ। ਰਾਜਾ ਸਾਂਸੀ ਫੌਜ ਦੇ ਤੰਬੂ ਸੀਗੇ। ਫਿਰ ਉੱਥੇ ਵੀ ਦਰਦ ਨਾਲ ਕਰਲਾਉਂਦਾ ਰਿਹਾ, ਕਹਿਣ ਲੱਗਾ ਲਾਹੌਰ ਲੈ ਜਾਓ। ਲਾਹੌਰ ਵੀ ਨਹੀਂ ਮੰਨ ਗਿਆ, ਕਹਿੰਦਾ ਮੈਨੂੰ ਅਫਗਾਨਿਸਤਾਨ ਲੈ ਜਾਓ। ਤਾਂ ਪਹਿਲਾਂ ਹੀ ਤੁਰ ਗਿਆ। ਤੇ ਜਿਹੜਾ ਉਹਦਾ ਇਹ ਲੜਕਾ ਸੀ, ਜਹਾਨ ਖਾਨ ਵੀ ਮਾਰਿਆ ਗਿਆ, ਤੇ ਜਿਹੜਾ ਉਹਦਾ ਲੜਕਾ ਸੀ ਉਹ ਜੁੱਤੀ ਲਾ ਕੇ ਭੱਜਿਆ, ਸਿੰਘਾਂ ਤੋਂ ਡਰਦਾ, ਪਿੱਛਾ ਘੁੰਮਦੇ ਨਹੀਂ ਵੇਖਿਆ। ਇਉਂ ਸਾਧ ਸੰਗਤ ਜੀ ਇਤਿਹਾਸ ਬਾਅਦ ਹੋਰ ਵੀ ਸਿੰਘ ਬਾਬਾ ਜੀ ਜਬੀ ਤਬੀ ਸਨ। ਇਹਨਾਂ ਦੀ ਪ੍ਰਸਿੱਧੀ ਜਾਰੀ ਹੋ ਗਈ। ਬਾਬਾ ਨੌਧ ਸਿੰਘ ਮੀਤ ਜਥੇਦਾਰ ਸੀ, ਜਿਨ੍ਹਾਂ ਦੀ ਸਮਾਧ ਖੰਡੇ ਹੈ, ਉਹ ਵੀ ਬਿਨਾਂ ਸੀਸ ਤੋਂ ਕਹਿੰਦੇ ਲੜੇ ਨੇ। ਇਹਨਾਂ ਤੋਂ ਇਲਾਵਾ ਹੋਰ ਵੀ ਬਥੇਰੇ ਸਿੰਘ ਬਿਨਾਂ ਸੀਸ ਤੋਂ ਲੜੇ ਹੋਣਗੇ। ਇਹ ਯਕੀਨ ਕੀਤਾ ਜਾਂਦਾ, ਭਰੋਸਾ ਕੀਤਾ ਜਾਂਦਾ। ਅੰਮ੍ਰਿਤ ਤਾਂ ਸਾਰਿਆਂ ਨੇ ਕੁਝ ਹੀ ਛੱਡਿਆ ਹੈ। ਕਿਉਂ ਸਿੰਘ ਮੁੱਠੀ ਭਰ ਵੇਖੋ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ਼ਹੀਦੀ ਤੋਂ ਬਾਅਦ ਵੀ ਉਹ ਤੁਰਕੀ ਫੌਜ ਨੂੰ ਵਕਤ ਪਾ ਦਿੰਦੇ ਆ। ਕਿਉਂ ਬੜੀ ਚੜ੍ਹਦੀ ਕਲਾ ਦੇ ਨਾਲ ਯੁੱਧ ਕਰਦਿਆਂ ਹੋਇਆ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਬਾਬਾ ਜੀ ਪਹੁੰਚੇ। ਇਹ ਕਹਿੰਦੇ ਕਿ ਚਾਟੀਮਟ ਗੇਟ ਜਿੱਥੇ ਗੁਰਦੁਆਰਾ ਸ਼ਹੀਦਾਂ ਬਣਿਆ ਹੋਇਆ, ਉਸ ਸਥਾਨ ਤੋਂ ਬਾਬਾ ਜੀ ਨੇ ਖੜੇ ਹੋ ਕੇ ਤੇ ਵਗਾ ਕੇ ਸੀਸ ਮਾਰਿਆ। ਐਸਾ ਨਹੀਂ, ਛੋਟੇ ਜਿਹੇ ਬੱਚੇ ਨੂੰ ਵੀ ਪਤਾ ਹੈ ਕਿ ਗੁਰੂ ਜੀ ਦੀ ਅੱਗੇ ਭੇਟਾ ਕਿਵੇਂ ਰੱਖੀ ਦੀ ਹੈ। ਬੜੇ ਆਰਾਮ ਦੇ ਨਾਲ ਗੋਲਕ ਵਿੱਚ ਮਾਇਆ ਪਾ ਕੇ ਜਾਂ ਜੋ ਕੋਈ ਵੀ ਆਟਾ ਦਾਣਾ ਆਦਿਕ ਸਤਿਕਾਰ ਨਾਲ ਆਰਾਮ ਨਾਲ ਮਹਾਰਾਜ ਦੇ ਕੋਲ ਪਹੁੰਚ ਕੇ ਭੇਟਾ ਰੱਖ ਕੇ ਫਿਰ ਮੱਥਾ ਟੇਕੀਦਾ। ਏਡੀ ਦੂਰ ਤੋਂ ਬਾਬਾ ਜੀ ਬਿਨਾਂ ਸੀਸ ਤੋਂ ਸ਼ਹੀਦੀ ਤੋਂ ਬਾਅਦ ਯੁੱਧ ਕਰਦੇ ਆ ਗਏ ਤੇ ਉਹਨਾਂ ਨੂੰ 4 ਕਦਮ ਚੱਲਣਾ ਕਿੰਨਾ ਔਖਾ ਸੀਗਾ। ਉਹ ਚਾਟੀਮੰਡ ਗੁਰਦੁਆਰਾ ਬਾਬੇ ਸ਼ਹੀਦਾਂ ਦਾ ਇਤਿਹਾਸ ਇਹ ਨਹੀਂ ਵੀ ਬਾਬਾ ਜੀ ਨੇ ਖੜੇ ਹੋ ਕੇ ਵਗਾ ਕੇ ਸੀਸ ਸੁੱਟਿਆ। ਉਹਦਾ ਇਤਿਹਾਸ ਇਹ ਹੈ ਕਿ ਉੱਥੇ ਸਰੀਰ ਦਾ ਸੰਸਕਾਰ ਹੋਇਆ। ਅਜੇ ਵੀ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਸੜਕ ਟੱਪਦੀਆਂ ਬੜੀਆਂ ਹਨ। ਜਿੰਨੇ ਵੀ ਜੂਨ 84 ਦੇ ਵਿੱਚ ਸਾਡੀ ਸਰਕਾਰ ਨੇ ਕਤਲੇਆਮ ਕੀਤਾ, ਸਭਨਾ ਸੰਗਤਾਂ ਦੇ ਜਿਹੜੇ ਸ਼ਵ ਸੀਗੇ, ਮ੍ਰਿਤਕ ਸਰੀਰ ਉਸੇ ਸ਼ਮਸ਼ਾਨ ਭੂਮੀ ਦੇ ਵਿੱਚ ਅਗਨ ਭੇਟ ਕੀਤੇ ਗਏ। ਤੇ ਇੱਕੋ ਪਰਲੇ ਪਾਸੇ ਸੀਤਲਾ ਮੰਦਰ ਵਾਲੇ ਪਾਸੇ ਪੁਰਾਣਾ ਸ਼ਮਸ਼ਾਨ ਘਾਟ ਹੈ। ਜਿਹੜੇ ਸਰਦਾਰ ਜੱਸਾ ਸਿੰਘ ਰਾਮਗੜੀਆ ਆਦਿਕ ਇਹਨਾਂ ਦੇ ਨਾਲ ਦੇ ਸਿੱਖ ਸਰਦਾਰ ਮੁਸਲਮਾਨਾਂ ਨਾਲ ਯੁੱਧ ਕਰਦੇ ਸ਼ਹੀਦ ਹੁੰਦੇ, ਉਹਨਾਂ ਦੀਆਂ ਵੀ ਸਮਾਧਾਂ ਇੱਧਰਲੇ ਪਾਸੇ ਬਣੀਆਂ ਹੋਈਆਂ ਜੋ ਬਾਬਾ ਅਟਲ ਹੈ। ਉਹਦਾ ਇਤਿਹਾਸ ਵੀ ਇਹ ਹੈ ਕਿ ਬਾਬਾ ਜੀ ਉੱਥੇ ਚੜ੍ਹਾਈ ਕੀਤੇ ਸਨ। ਉਹਨਾਂ ਦਾ ਸਰੀਰ ਉੱਥੇ ਛੁੱਟਿਆ ਸੀਗਾ ਤੇ ਉੱਥੇ ਤਾਂ ਬਾਬਾ ਅਟਲ ਗੁਰਦੁਆਰਾ ਬਣਿਆ। ਉੱਥੇ ਪ੍ਰਕਰਮਾਂ 'ਚ ਵੀ ਸਰਦਾਰਾਂ ਦੀਆਂ ਸਮਾਧਾਂ ਨੇ। ਬਾਬੇ ਅਟਲ ਗੁਰਦੁਆਰੇ ਦੇ ਸਾਹਮਣੇ ਵੀ ਸਮਾਧ ਹੈ।
ਤੇ ਚਾਟੀ ਪਿੰਡ ਜਿੱਥੇ ਸ਼ਹੀਦਾਂ ਦਾ ਪਿਤਰ ਸਥਾਨ ਤੇ ਬਾਬਾ ਜੀ ਦਾ ਅੰਤਮ ਸੰਸਕਾਰ ਹੋਇਆ। ਪਰ ਸੀਸ ਭੇਟਾ ਸਥਾਨ ਪਰਿਕਰਮਾ ਦੇ ਵਿੱਚ ਸੋ ਇੱਧਰਲੇ ਪਾਸੇ ਲੰਗਰ ਵਾਲੀ ਸਾਈਡ ਜਦੋਂ ਹੇਠਾਂ ਉਤਰੀਏ ਇਹ ਸਾਈਡ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਵਿਚਕਾਰ ਇੱਕ ਗੋਲ ਚੱਕਰ ਦਾ ਪਹਿਲਾ ਨਿਸ਼ਾਨ ਹੁੰਦਾ ਸੀ, ਹੁਣ ਉਹ ਮੇਟ ਦਿੱਤਾ ਗਿਆ। ਪਰਿਕਰਮਾ ਦੇ ਵਿੱਚ ਫੁੱਲਮਾਲਾ ਭੇਟਾਂ ਹੁੰਦੀਆਂ ਤੇ ਨਮਸਕਾਰ ਕਰਕੇ ਲੱਗੀਦਾ। ਇੰਝ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਤੋਂ, ਗੁਰੂ ਕਾ ਅੰਮ੍ਰਿਤ ਛਕਣ ਤੋਂ ਜਿਹੜਾ ਮੌਤ ਦਾ ਭੈ ਹੈ ਉਹ ਖਤਮ ਹੋ ਜਾਂਦਾ ਹੈ। ਇਸ ਲਈ ਮਹਾਰਾਜ ਨੇ ਆਖਿਆ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈਏ। ਅੰਮ੍ਰਿਤ ਦੇ ਅਰਥ ਹੀ ਅੰਮ੍ਰਿਤ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਦਾਤ ਹੈ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਦੀ ਕਿਰਪਾ ਹੋਈ ਹੈ। ਸੋ ਜਿਹੜਾ ਭੈ, ਜਿਹੜਾ ਮੌਤ ਦਾ ਡਰ ਹੈ, ਭੁਲਾਇਆ ਵੀ ਨਹੀਂ ਸੀ ਭੁੱਲਦਾ। ਇਸੇ ਚਿੰਤਾ ਦੇ ਵਿੱਚ ਹੀ ਦਿਨ ਰਾਤ ਬੰਦਾ ਉਦਾਸ ਰਹਿੰਦਾ ਸੀ। ਉਹ ਆਪ ਦਾ ਅੰਮ੍ਰਿਤ ਛਕਣ ਤੋਂ, ਨਾਮ ਜਪਣ ਤੋਂ, ਬਾਣੀ ਦਾ ਪਾਠ ਪੜ੍ਹਨ ਤੋਂ, ਆਪ ਜੀ ਦੀ ਸ਼ਰਨ ਆਉਣ ਤੋਂ ਮੌਤ ਦਾ ਭੈ ਦੂਰ ਹੋ ਗਿਆ। ਭੈ ਮਰਵੇ ਕੋ ਵਿਸਰਤ ਨਾ ਹੈ। ਮੈਨੂੰ ਮਰਨ ਦਾ ਡਰ ਅੰਦਰੋਂ ਭੁੱਲਦਾ ਨਹੀਂ, ਪਰ ਹਰ ਵਕਤ ਚੇਤੇ ਰਹਿੰਦਾ। ਇਹ ਚਿੰਤਾ ਤੋਂ ਜ਼ਿਆਦਾ ਉਸੇ ਮਨ ਦੀ ਚਿੰਤਾ ਵਗ ਨੇ ਮੇਰਾ ਸਰੀਰ ਸਾੜ ਸੁੱਟਿਆ। ਇਹ ਆਮ ਜੀਵਨ ਦੀ ਹਾਲਤ ਹੈ। ਕੀ ਉਪਾਵ ਮੁਕਤ ਕੇ ਕਾਰਨ, ਮੈਂ ਮੁਕਤੀ ਦੇ ਵਾਸਤੇ ਅਨੇਕਾਂ ਹੀ ਤੀਰਥ ਯਾਤਰਾ ਜਪਤਾ ਪਾਦਕ ਯਤਨ ਕੀਤੇ। ਤਹਿ ਦਿਸ ਕੋ ਉਠ ਪਾਇਆ, ਅਤੇ ਦਸੇ ਦਿਸ਼ਾਵਾਂ ਨੂੰ ਉੱਠ ਕੇ ਦੌੜਦਾ ਫਿਰਦਾ ਰਿਹਾ, ਪਰੰਤੂ ਘਟ ਹੀ ਪੀਤਰ ਬਸੈ ਨਿਰੰਜਨ। ਇਹ ਸ਼ੁੱਧ ਸਰੂਪ ਬ੍ਰਹਮ ਤੂੰ ਮੇਰੇ ਹਿਰਦੇ ਵਿੱਚ ਹੀ ਵਸ ਰਿਹਾ ਹੈ। ਤਾਕੋ ਮਰਮ ਨਾ ਪਾਇਆ, ਮੈਂ ਉਸ ਸਰੂਪ ਦਾ ਭੇਦ ਨਹੀਂ ਪਾਇਆ। ਭਾਵ ਮੈਂ ਤੁਹਾਡੇ ਨਾਮ ਦੇ ਵਿੱਚ ਕਿਵੇਂ ਜੁੜਾਂ ਮੈਨੂੰ ਸਮਝ ਨਹੀਂ ਆਈ ਹੈ ਜੀ। ਨਾਹਿਨ ਗੋਨਾ ਨਾਹਿਨ ਕਸ ਜਪ ਤਪ, ਇਹਦੇ ਵਿੱਚ ਸਤ ਸੰਤੋਖ ਆਦਿਕ ਨਿਰਗੁਣ ਦਾ, ਪ੍ਰੇਮ ਆਦਿਕ ਦਾ ਕੋਈ ਵੀ ਗੁਣ ਨਹੀਂ ਹੈ। ਨਾ ਹੀ ਕੁਝ ਰਚਨਾ ਕਰਕੇ ਮੁਖੋਂ ਮੈਂ ਜਾਪ ਕੀਤਾ ਹੈ, ਤੇ ਨਾ ਹੀ ਮੈਂ ਸਰੀਰ ਕਰਕੇ ਚਿੱਤ ਦੀ ਇਕਾਗਰਤਾ ਨੂੰ ਤਪ ਕੀਤਾ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਪੁਰਾਣਾ ਸਮਾਂ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਕਿਸੇ ਵੀ ਸੰਤ ਕੋਲ ਕਿਸੇ ਪ੍ਰੇਮੀ ਨੇ ਜਾਣਾ, ਕਹਿਣਾ ਮਹਾਰਾਜ ਮੈਂ ਰੱਬ ਨਾਲ ਮਿਲਦਾ, ਮੈਨੂੰ ਕੋਈ ਉਪਦੇਸ਼, ਕੋਈ ਸਿੱਖਿਆ ਦਿਓ। ਵੱਡੇ ਵੱਡੇ ਰਾਜੇ ਮਹਾਰਾਜੇ ਗੋਰਖਨਾਥ ਦੇ ਅੱਖੇ ਲੱਗੇ ਤੇ ਮੰਗਦੇ ਬਣ ਗਏ। ਸਭ ਤੋਂ ਪਹਿਲਾਂ ਉਹਨਾਂ ਨੇ ਕਹਿਣਾ ਵੀ ਕਿਉਂ ਕਰ ਰਾਣੀਆਂ ਛੱਡ ਦੇ, ਆਪਣੇ ਧੀਆਂ ਪੁੱਤ ਛੱਡ ਦੇ, ਰਾਜ ਭਾਗ ਇਹ ਤਿਆਗ ਦੇ, ਘਰ ਬਾਰ ਛੱਡ ਕੇ ਤੇ ਫਿਰ ਮੇਰੇ ਕੋਲ ਆ ਕੇ ਮੈਨੂੰ ਪੁੱਛ। ਇਹ ਕਹਿਣਾ ਜੀ ਮੈਂ ਸਭ ਕੁਝ ਛੱਡ ਆਇਆ। ਇਹ ਉਹਦਾ ਕਹਿਣਾ ਵੀ ਤੂੰ ਇੱਥੇ ਗੋਡੀਆਂ ਲਾ, ਅੱਗੇ ਬੈਠ, ਚੰਗੀ ਤਰ੍ਹਾਂ ਪੈਰ ਦੀ ਅੱਡੀ ਵਾਂਗ ਉਹਦੀ ਟੁੰਡ ਕੱਢਣੀ, ਐ ਸਿਰ ਰਗੜ ਕੇ ਮੰਨ ਦੇਣਾ। ਆ ਮਨਸਾ ਦੇਵੀ ਮੰਦਰ ਦੇ ਵਿੱਚ ਬੜੀ ਪ੍ਰਸਿੱਧੀ ਹੈ, ਬੜੇ ਬੜੇ ਦੂਰ ਤੋਂ ਸੰਗਤਾਂ ਆਉਂਦੀਆਂ ਤੇ ਮੈਂ ਵੀ ਦਰਸ਼ਨ ਕਰਨ ਗਿਆ। ਮੇਰਾ ਸੁਭਾਅ ਹੈ, ਸੋਚਿਆ ਵੀ ਵੇਖੀਏ ਤਾਂ ਸਹੀ। ਅੰਦਰ ਤਾਂ ਨਹੀਂ ਮੈਂ ਗਿਆ, ਕਾਸ਼ ਕੋਲੇ ਘੁੰਮ ਕੇ ਦੇਖਿਆ, ਉੱਥੇ ਇੱਕ ਮੁੰਡਣ ਘਾਟ ਹੈ। ਮੁੰਡਣ ਘਾਟ
ਇੰਨੇ ਲੋਕ ਮੂਰਖ ਨੇ ਮਾਫ ਕਰਨਾ। ਨਾਲੇ ਤਾਂ 1500 ਰੁਪਈਆ ਪੰਡਤ ਨੂੰ ਦਿੰਦੇ ਨੇ, ਨਾਲੇ ਸਿਰ ਉਹਦੇ ਅੱਗੇ ਕਰਦੇ ਵੀ ਮੇਰਾ ਸਿਰ ਮੁੰਨ ਦਿਓ। ਉਹ ਜਿੰਨੇ ਵੀ ਕੇਸ ਉਤਰਦੇ ਨੇ 1000 ਰੁਪਈਏ ਕਿਲੋ ਉਹ ਵੇਚਦੇ ਹਨ। ਜੇ ਮੈਂ ਝੂਠ ਹੋਵਾਂ ਤੇ ਮੈਨੂੰ ਫੜ ਲਿਓ। ਇਹਦੇ ਸਾਡੇ ਪਿੰਡ 'ਚ ਵੀ ਆਉਂਦੇ ਨੇ। ਆਪਾਂ ਤਾਂ ਭਜਾ ਦੇਈਏ ਵੀ ਦੌੜ ਜਾਓ ਇੱਥੋਂ, ਤੁਹਾਨੂੰ ਕਿਹਨੇ ਭੇਜਿਆ। ਸੱਚੇ ਪਾਤਸ਼ਾਹ ਜੀ ਦੇ ਕੇਸ ਜੇ ਉਤਰੇ ਵੀ ਹੋਣ, ਕੇਸੀ ਇਸ਼ਨਾਨ ਕਰਨ ਤੋਂ ਵਾਹੁਣ ਤੋਂ ਕਾਫੀ ਮੁਰਦਾ ਕੇਸ ਜਮ੍ਹਾਂ ਹੋ ਜਾਂਦੇ ਨੇ। ਉਹਨਾਂ ਦੀ ਮਰਿਆਦਾ ਹੈ, ਉਹਨੂੰ ਅਗਨ ਭੇਟ ਕੀਤਾ ਜਾਂਦਾ ਹੈ। ਨਾ ਕਿ ਵੇਚਣ ਵਾਲਿਆਂ ਨੂੰ ਵੇਚ ਦਿਓ, ਕਿੰਨੀ ਘੋਲ ਬੇਦਬੀ ਆ। ਵੇਖੋ ਕਿੰਨੀ ਮੂਰਖ ਦੁਨੀਆ। ਮੈਂ ਤਾਂ ਇੱਥੋਂ ਤੱਕ ਵੀ ਸੁਣਿਆ, ਐਵੇਂ ਕੋਈ ਸਮਝੇ ਨਾ ਮੈਂ ਨਿੰਦਿਆ ਕਰ ਰਿਹਾ, ਕਿਉਂਕਿ ਜੈਸੀ ਸੰਗਤ ਹੋਵੇ ਵੈਸੀ ਰੰਗਤ ਚੜ੍ਹ ਜਾਂਦੀ ਹੈ। ਲਾਗੇ ਤਾਂ ਮਨਸਾ ਦੇਵੀ ਕੰਪਲੈਕਸ ਹੈ, ਕਿਲੋਮੀਟਰ 1.5 ਕਿਲੋਮੀਟਰ ਦਾ ਨਹੀਂ ਫਰਕ ਮਨੀ ਮਾਜਰੇ ਦਾ। ਗੁਰਦੁਆਰਾ ਸਾਹਿਬ ਦੇ ਅੰਦਰ ਹੁਣ ਸੰਗਤਾਂ ਦੀ ਰੀਤੀ ਹੈ ਤੇ ਲੋਕ ਸੋਚਦੇ ਵੀ ਚਲੋ ਮੰਦਿਰ 'ਚ ਕੀ ਜਾਣਾ, ਇੱਥੇ ਗੁਰਦੁਆਰੇ ਚਲੇ ਜਾਂਦੇ ਆ। ਗੱਲ ਤਾਂ ਇੱਕੋ ਹੀ ਹੈ। ਉੱਥੇ ਗੁਰਦੁਆਰੇ ਕਹਿਣ ਵੀ ਅਰਦਾਸ ਕਰੋ। ਅਰਦਾਸ ਕਾਹਦੀ ਕਰੋ? ਨਾਈ ਲਿਆਂਦਾ ਹੈ ਤੇ ਬੱਚੇ ਦਾ ਮੁੰਡਨ ਕਰਨਾ ਹੈ। ਗੁਰਦੁਆਰੇ ਦੇ ਅੰਦਰ ਅਰਦਾਸ ਕਰੋ। ਅਰਦਾਸ ਕਾਹਦੀ ਕਰੋ? ਵੀ ਬੱਚੇ ਦਾ ਮੁੰਡਨ ਕਰਨਾ ਹੈ। ਉਹ ਸਿੰਘ ਅੜ ਗਿਆ ਤੇ ਪ੍ਰਧਾਨ ਸਾਹਿਬ ਜੀ ਕਹਿੰਦੇ ਮੈਨੂੰ ਮਾਫ ਕਰਨਾ। ਕਹਿੰਦੇ ਵੀ ਜੇ ਆਪਾਂ ਆਖੇ ਨਹੀਂ ਲੱਗਾਂਗੇ ਲੋਕਾਂ ਦੇ ਲੋਕ ਆਉਣਗੇ ਕਿਵੇਂ? ਲੋਕ ਕਹਿੰਦੇ ਕਰੀ ਜਾਓ, ਅਰਦਾਸ ਕਰਦੇ ਤੈਨੂੰਗੀ। ਉਹ ਬਦੋ ਬਦੀ ਜੀ ਉਹ ਕਹੇ ਮੈਂ ਨਹੀਂ ਕਰਨੀ। ਉਹ ਬੜਾ ਵਾਦ ਹੋਇਆ, ਉਹਦੀ ਛੁੱਟੀ ਹੋ ਗਈ। ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਪਾਠ ਕਰਨ ਤੋਂ ਬਾਅਦ ਉਹ ਉਦਘਾਟਨ ਦੀ ਅਰਦਾਸ ਕਿਹਦੀ ਕਰਨੀ ਹੈ? ਬਿਊਟੀ ਪਾਰਲਰ। ਬਿਊਟੀ ਪਾਰਲਰ 'ਤੇ ਕੀ ਹੁੰਦਾ? ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਭਰਵੱਟੇ ਬਣਾਉਂਦੀਆਂ ਤੇ ਸਾਡੇ ਜਿਹੜੇ ਬੱਚੇ ਨੇ ਮੁੱਛਾਂ ਦਾੜ੍ਹੀਆਂ ਦੇ ਸਿਰ ਸਵਾਰਦੇ ਨੇ। ਇਹ ਜੀ ਨਵਾਂ ਬਿਜ਼ਨਸ ਖੋਲ੍ਹਿਆ ਤੇ ਨਾ ਤਾਂ ਲਿਖਣ ਵਾਲਿਆਂ ਨੂੰ ਪੁੱਛਣਾ ਕਿ ਕਿੱਥੇ ਮਹਾਰਾਜ ਜਾਣਾ, ਤੇ ਨਾ ਹੀ ਬਾਬੇ ਨੇ ਪੁੱਛਣਾ ਉੱਥੇ ਜਾ ਕੇ ਤੇ ਫਿਰ ਪਤਾ ਚੱਲਣਾ ਵੀ ਅਰਦਾਸ ਆ ਹੋਣੀ। ਦੱਸੋ ਉੱਥੇ ਮੁੰਡਾ ਕੀ ਕਰੂ, ਕਿਹੜੇ ਖੂਹ 'ਚ ਡਿੱਗੂ? ਅਗਲਿਆਂ ਦੀ ਸ਼ਰਧਾ ਜੀ, ਸੰਗਤ ਦੀ ਸ਼ਰਧਾ ਕਰੋ ਅਰਦਾਸ ਜੀ। ਨਵਾਂ ਬਿਜ਼ਨਸ ਹੈ ਜੀ, ਬਿਊਟੀ ਪਾਰਲਰ ਦਾ, ਕਰਨੀ ਪੈਂਦੀ। 19 ਦਾ ਪਾਠ ਕਰਾਇਆ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਇਹ ਸਾਡੇ ਸਮਾਜ ਦੀ ਰੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਦਮ ਕਰਦੇ ਹਨ। ਘਟ ਹੀ ਪੀਤਰ ਬਸੈ ਨਰੰਜਨ। ਮੈਂ ਤੁਹਾਡੇ ਨਾਲ ਵਚਨ ਸਾਂਝਾ ਕਰ ਰਿਹਾ ਸੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਦਾ ਤੇ ਆਮ ਲੋਕਾਂ ਦਾ। ਕਈ ਕਹਿੰਦੇ ਨਾ ਵੀ ਸਾਡੇ ਧਰਮ ਤੋਂ ਹੀ ਸਿੱਖ ਨਿਕਲੇ ਨੇ। ਸਿੱਖ ਵੱਖਰੇ ਨਹੀਂ ਹਨ, ਇਹ ਤਾਂ ਸਾਡੇ ਵਿੱਚੋਂ ਹੀ ਨਿਕਲੇ ਨੇ। ਸਿੱਖਾਂ ਦੀ ਰਹੁ ਰੀਤ, ਸਿੱਖਾਂ ਦੀ ਮਰਿਆਦਾ, ਸਿੱਖਾਂ ਦੀ ਰਹਿਣੀ ਬਹਿਣੀ ਸਭ ਦੁਨੀਆ ਦੇ ਨਾਲੋਂ ਅਲੱਗ ਹੈ। ਆਮ ਦੁਨੀਆ ਦੀ ਰੀਤੀ ਮੈਂ ਕਹਿ ਰਿਹਾ ਹਾਂ ਕਿ ਧਾਰਮਿਕ ਅਸਥਾਨਾਂ ਦੇ ਐਸਾ ਹੁੰਦਾ ਹੈ, ਜੇ ਜੋੜੇ ਰੱਖਣੇ ਨੇ ਉਹ ਵੀ ਪੈਸੇ ਦੇ ਕੇ ਰੱਖੋ, ਤੇ ਨਾਲੇ ਪੈਸੇ ਪੱਲਿਓਂ ਦਿਓ ਤੇ ਨਾਲੇ ਸਿਰ ਬਣਾਓ। ਬਾਕੀ ਹੋਰ ਤਾਂ ਸਭ ਕੁਝ ਮਾਇਆ ਨਾਲ ਹੀ ਹੈ। ਰਹਿਣਾ ਮੀਣਾ, ਖਾਣਾ ਮੀਣਾ, ਜੋ ਵੀ ਕੁਛ ਹੈ, ਪੂਜਾ ਪ੍ਰਤਿਸ਼ਠਾ ਸਭ। ਇਸ ਵਾਸਤੇ ਸਿੱਖਾਂ ਦੀ ਮਰਿਆਦਾ ਅਲੱਗ ਹੈ। ਜੇ ਰੱਬ ਨੂੰ ਪਾਉਣਾ, ਗੋਰਖ ਨੇ ਕਹਿਣਾ ਕਿ ਪਹਿਲਾਂ ਘਰ ਛੱਡ ਕੇ ਆਓ ਤੇ ਗੋਡੀਆਂ ਲਾ ਕੇ ਸਿਰ ਨੀਵਾਂ ਕਰਕੇ ਮੇਰੇ ਕੋਲ ਬੈਠੋ। ਉਹਨਾਂ ਦਾ ਸਿਰ ਮੁੰਨ ਕੇ ਤੇ ਉਹਦੇ ਤੋਂ ਬਾਅਦ ਕਹਿਣਾ ਵੀ ਇਹ ਕੱਪੜੇ ਲਾ ਕੇ ਸੁੱਟ ਦਿਓ, ਮੇਰੇ ਕੱਪੜੇ ਪਾਓ। ਭਗਵੇਂ ਕੱਪੜੇ ਪਾ ਦੇਣੇ, ਸਿਰ ਮੁੰਨ ਦੇਣਾ, ਹੱਥ ਗੁੱਡਾ ਫੜਾ ਦੇਣਾ, ਕੰਨ ਪਾੜ ਕੇ ਮੁੰਦਰਾ ਪਾ ਦੇਣੀਆਂ ਤੇ ਕਹਿੰਦੇ ਮੂੰਡ ਮੰਡਾਏ ਪਏ ਸੰਨਿਆਸੀ, ਨਾਲ ਕੋਈ ਘਰ ਸੰਪਤ ਨਾਸੀ, ਮੂੰਡ ਮੰਡਾਏ ਪਏ ਸੰਨਿਆਸੀ। ਹੁਣ ਤੂੰ ਰੱਬ ਨੂੰ ਪਾ ਸਕਦਾ ਹੈ।
ਮਨ ਦੀ ਇਹ ਸੋਚ ਹੋਣੀ ਕਿ ਜੇ ਹੁਣ ਘਰ ਜਾਊਗਾ ਇਹਨੂੰ ਸ਼ਰਮ ਆਊਗੀ। ਕਿਉਂ ਵੱਡੇ ਵੱਡੇ ਗੋਪੀ ਚੰਦ ਵਰਗੇ ਰਾਜੇ, ਇਹ ਝੂਠ ਨਹੀਂ ਮੈਂ ਬੋਲ ਰਿਹਾ, ਇਤਿਹਾਸ ਗਵਾਹ ਹੈ ਕਿ ਗੋਰਖ ਨਾਥ ਦੇ ਚੇਲੇ ਗੋਪੀ ਚੰਦ ਵਰਗੇ ਰਾਜੇ, ਭਰਤੀ ਵਰਗੇ ਰਾਜੇ, ਜਿਹੜੇ ਵੱਡੇ ਵੱਡੇ ਰਾਜ ਭਾਗ ਦੇ ਮਾਇਆ ਖਜ਼ਾਨੇ ਦੇ ਰਾਣੀਆਂ ਦੇ ਮਾਲਕ ਸਨ, ਅਨੇਕਾਂ ਸੁੱਖਾਂ ਨੂੰ ਤਿਆਗ ਕੇ ਉਹ ਮੰਗਤੇ ਬਣ ਗਏ। ਤੇ ਫਿਰ ਵੀ ਉਹ ਦਰ ਦਰ ਦੇ ਭਟਕਦੇ ਰਹੇ। ਪਹਾੜਾਂ ਦੇ ਵਿੱਚ ਬੜੀ ਮੁਸ਼ਕਿਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਤ ਹੈ ਕਿ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਖਸੰਦਿਆ ਖੇਲੰਦਿਆ ਪੈ ਨੰਦਿਆ ਖਾ ਬੰਦਿਆ ਨਿਚੇ ਹੋਵੇ ਮੁਕਤ। ਘਰ ਬਾਹਰ ਨਹੀਂ ਮਹਾਰਾਜ ਨੇ ਛਡਾਇਆ, ਖਾਣਾ ਪੀਣਾ ਨਹੀਂ ਛਡਾਇਆ, ਸਭ ਕੁਝ ਉਸੇ ਤਰ੍ਹਾਂ ਹੀ ਰਹਿਣਾ ਬਹਿਣਾ ਆਮ ਸਮਾਜ ਦੇ ਵਿੱਚ। ਪਰ ਗੁਰੂ ਸਾਹਿਬ ਦੀ ਸਿੱਖੀ ਕਮਾਓ, ਇਕਾਗਰਤਾ ਦੇ ਨਾਲ ਨਾਮ ਜਪੋ ਤਾਂ ਚੜ੍ਹਦੀ ਕਲਾ ਪ੍ਰਭੂ ਦੀ ਪ੍ਰਾਪਤੀ ਹੋਵੇਗੀ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵਸੀ ਰੱਬ ਏਲੀਐ, ਜੰਗਲ ਕਿਆ ਢੂੰਢੇ ਸਭੇ ਕਰਨਾ ਬੋਲੇ ਰਮਾ ਬੋਲੇ, ਤੂੰ ਹਿਰਦੈ ਗੋਦ ਵਸੈ ਰਾਤੀ, ਤੇਰਾ ਭਾਵਨਾ ਬੁਝੈ ਗੁਵਾਰੀ, ਕਾਹੇ ਰੀਬਨ ਖੋਜਨ ਜਾਈ, ਸਰਬਨ ਵਾਸੀ ਸਦਾ ਅਲੇਪਾ, ਉਹੀ ਸੰਗ ਸਮਾਈ। ਉਹ ਮਧ ਜੋ ਵਾਸ ਬਸਤ ਹੈ, ਮੁਕਲ ਮਾਹੀ ਜੈਸੇ ਸ਼ਾਹੀ, ਤੈਸੇ ਹੀ ਹਰ ਬਸੇ ਨਿਰੰਤਰ, ਘਾਟੀ ਖੋਜੋ ਪਾਈ। ਰੱਬ ਨੂੰ ਘਰ ਬਾਹਰ ਛੱਡ ਕੇ ਜੰਗਲਾਂ 'ਚ ਜਾਂ ਪਹਾੜਾਂ 'ਚ ਨਹੀਂ ਉਹ ਰੋਕਿਆ ਹੋਇਆ ਵੀ ਲੱਭਣ ਜਾਣਾ ਹੈ, ਉਹਨੂੰ ਤਾਂ ਹਿਰਦੇ ਦੇ ਵਿੱਚੋਂ ਪ੍ਰਾਪਤ ਕਰਨਾ ਹੈ। ਘਰ ਦੇ ਵਿੱਚ ਭਾਵੇਂ ਰਹਿ ਕੇ ਤੇ ਭਾਵੇਂ ਇਕਾਂਤ ਵਾਸ ਹੋ ਕੇ ਲੱਭਣਾ ਤਾਂ ਹਿਰਦੇ ਵਿੱਚੋਂ ਹੀ ਪਊਗਾ। ਜਿਉਂ ਕਸਤੂਰੀ ਮਿਲਕ ਨਾ ਜਾਣੇ ਪਰਮ ਦਾ ਪਰਮ ਭੁਲਾਇਆ, ਕਸਤੂਰੀ ਦੇ ਨਾਕੇ ਦੀ ਤਰ੍ਹਾਂ ਹੁੰਦੀ ਤਾਂ ਉਹਦੀ ਧੁਨੀ 'ਚ, ਲੱਭਦਾ ਵਿਚਾਰਾ ਝਾੜੀਆਂ ਦੇ ਵਿੱਚ, ਇਸ ਤਰ੍ਹਾਂ ਹੀ ਮਨ ਮਿਲ ਜਾਂਦਾ। ਘਾਟੀ ਹੀ ਪੀਤਲ ਵਸੈ ਨਿਰੰਜਨ, ਇਹ ਸ਼ੁੱਧ ਸਰੂਪ ਬ੍ਰਹਮ, ਉਹ ਮੇਰੇ ਘਾਟੇ ਹਿਰਦੇ ਦੇ ਵਿੱਚ ਹੀ ਵਸ ਰਿਹਾ ਹੈ। ਤਾਂ ਕੋ ਮਰਮ ਨ ਪਾਇਆ, ਉਸ ਸਰੂਪ ਦਾ ਮੈਂ ਮਰਮ ਭੇਦ ਨਹੀਂ ਪਾਇਆ। ਭਾਵੇਂ ਤੁਹਾਡੇ ਨਾਮ ਦੇ ਵਿੱਚ ਕਿਵੇਂ ਜੁੜਾ ਮੈਨੂੰ ਸਮਝ ਨਹੀਂ ਆਈ ਹੈ। ਨਾਹਿਨ ਗੁਣ ਨਾਹਿਨ ਕਛ ਜਪ ਤਪ, ਮੇਰੇ ਵਿੱਚ ਸਤ ਸੰਤੋਖ ਆਦਿਕ ਜਾਂ ਨਿਵਲ ਆਉਣ ਦਾ ਜਾਂ ਪ੍ਰੇਮ ਆਦਿਕ ਦਾ ਕੋਈ ਵੀ ਗੁਣ ਨਹੀਂ ਹੈ। ਤੇ ਨਾ ਹੀ ਕੁਝ ਰਸਨਾ ਕਰਕੇ ਮੁਖੋਂ ਮੈਂ ਜਾਪ ਕੀਤਾ, ਨਾ ਹੀ ਤਪ ਕੀਤਾ ਹੈ ਜੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰ। ਪੁਰਾਣਾ ਸਮਾਂ ਲੋਕ ਕਿੰਨਾ ਕਿੰਨਾ ਤਪ ਕਰਦੇ, ਜਾਂ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਜਾਂਦੇ, ਘਰ-ਬਾਰ ਤਿਆਗ ਕੇ ਭੁੱਖੇ ਮਰਦੇ ਫਿਰਦੇ, ਫਿਰ ਵੀ ਰੱਬ ਨਾ ਮਿਲਦਾ। ਪਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਗੁਰੂ ਕੀ ਸੰਗਤ ਬਖਸ਼ਿਸ਼ ਕੀਤੀ ਹੈ। ਜੇ ਬਹੁਤਾ ਜਪ ਤਪ ਨਾ ਹੋ ਸਕੇ, ਜੇ ਤਲਵਾਰ ਦੇ ਰਸਤੇ ਮਹਾਰਾਜ ਨੇ ਮੁਕਤੀ ਬਖਸ਼ੀ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਫੌਜ ਬਣਾਈ, ਆਖਿਆ ਕਿ ਧਰਮ ਦੀ ਦੇਸ਼ ਦੀ ਖਾਤਰ ਜੂਝ ਕੇ ਸ਼ਹੀਦੀ ਪਾ ਜਾਓ। ਇਹ ਵੀ ਇੱਕ ਰਸਤਾ ਹੈ ਪ੍ਰਭੂ ਦੀ ਪ੍ਰਾਪਤੀ ਦਾ। ਕਲਗੀਧਰ ਮਹਾਰਾਜ ਜੀ ਨੇ 14 ਲੜਾਈਆਂ ਲੜੀਆਂ, ਸਿੰਘਾਂ ਨੂੰ ਜੰਗ ਦੇ ਰਸਤੇ, ਤਲਵਾਰ ਦੇ ਰਸਤੇ ਮੁਕਤ ਕੀਤਾ। ਕਿਉਂ? ਜਪ ਤਪ ਤੋਂ ਬਗੈਰ ਹੀ ਗੁਰੂ ਮਹਾਰਾਜ ਜੀ ਨੇ ਬੇਅੰਤਾਂ ਨੂੰ ਬਖਸ਼ ਲਿਆ। ਐਸੀ ਗੁਰੂ ਸਾਹਿਬ ਦੀ ਕਿਰਪਾ ਹੈ। ਚੌਂਕੜਾ ਮਾਰ ਕੇ ਮਾਲਾ ਫੇਰਨੀ, ਪਹਾੜਾਂ ਦੇ ਉੱਪਰ ਜਾ ਕੇ ਤਪ ਕਰਨਾ। ਹੁਣ ਗੁਰੂ ਗੋਬਿੰਦ ਸਿੰਘ ਦਾ ਕੋਈ ਬਣ ਨਹੀਂ ਸਕਦਾ, ਜਿਨ੍ਹਾਂ 4 ਯੁੱਗ ਵਿੱਚ ਕੋਈ ਚੌਂਕੜਾ ਮਾਰਿਆ। ਹੇਮਕੁੰਟ ਸਾਹਿਬ ਵਾਲੇ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਪੁਰਾਣੇ ਜਨਮਾਂ ਦੇ ਤਪਸਵੀ ਸਨ। ਇਸ ਲਈ ਮਹਾਰਾਜ ਨੇ ਸੌਖਾ ਰਸਤਾ ਦੱਸਿਆ ਕਿ ਧਰਮ ਦੀ ਖਾਤਰ ਜੇ ਲੋੜ ਪਏ ਤਾਂ ਜੂਝ ਕੇ ਸ਼ਹੀਦੀ ਪਾਉਣ ਤੋਂ ਵੀ, ਸੀਸ ਮਾਰਨ ਤੋਂ ਵੀ ਵਾਹਿਗੁਰੂ ਜੀ ਦੀ ਖੁਸ਼ੀ ਹੁੰਦੀ ਹੈ। ਇਹ ਮਹਾਰਾਜ ਮੈਂ ਕੋਈ ਜਪ ਤਪ ਆਦਿਕ ਨਹੀਂ ਕੀਤਾ ਹੈ। ਕੌਣ ਕਰਮ ਅਬ ਕੀਚੈ, ਇਸ ਕਾਲ ਵਿੱਚ ਮੌਤ ਦੇ ਡਰ ਤੋਂ ਬਚਣ ਲਈ ਕਿਹੜਾ ਕੰਮ ਕਰਾਂ। ਐਸੀ ਕਿਰਪਾ ਕਰੋ, ਜਾਪ ਨਾ ਤਾਪ ਨਾ ਕਰਮ ਕੀਤ, ਆਵੇ ਨਾ ਹੀ ਕਛੂ ਰੀਤ। ਮੈਨੂੰ ਮੌਤ ਦਾ ਬਹੁਤ ਡਰ ਲੱਗਦਾ, ਮੈਂ ਕਿਹੜਾ ਕੰਮ ਕਰਾਂ ਜੀ ਜਿਸ ਕਰਕੇ ਮੌਤ ਦਾ ਡਰ ਉਤਰ ਜਾਏ।
जनरल सुबेग सिंह जी, जिन्हें सारी उम्र देश की सेवा की। शाह बेग के नाम हेठ उन्होंने मुक्ति वाहिनी बना के कि जिस देश वास्ते सत्कार तो की देना, उल्टा दोष ला के कारक मढ़ दी है। इन्ना उदास होया मन कि दरबार साहब आए, महापुरखों के कोल हाजिर होए और मिथ के सेवा मंगी, मिथ के शहीदी प्राप्त की। इन्ने सूझ-बूझ के मालक सीगे, ये सब कुछ के विचों अपना शरीर बचा के बाहर आ सकते सी, पर नहीं, उन्होंने दिल में कुछ करन का, लड़ के मरन का जज्बा सीगा। पर गुरु के धर्म के प्यार हित अमृतधारी गुरसिखी जिंदगी जीवद्या होया साध संगत जीओ, गुरु महाराज साहब सच्चे पातशाह की सेवा करनी, कौम तो, देश तो, धर्म तो अपनी जिंदगी निछावर कर गए। ऐसे जोड़े शहीद हैं जिन्होंने कोई मौत का डर नहीं, कोई भय नहीं। पातशाह का वचन है, पै का को देवना न पै मारते आप कहो नानक सुन ले मन, ज्ञानी थाहे बखान। मैं कैसा कर्म करा जी, नानक हार प्रयोसन नागत। सतगुरु महाराज कथन कर दे कि हे परमेश्वर वाहिगुरु जी, मैं अनेकों जन्मों के विचों हार के हुण मनुखा जन्म पा के तुहाडी शरण में आ गया हाँ। जब संसार वालों हार के पाल थक के आप जी की शरण आके प्राप्त हो गया हाँ। अपैदान प्रभ तीजा, इसलिए आप जी मैनू निर्भयता का दान दिओ जी। मैं किसी तो भी डरा ना, या नाम की दात दे के भै तो रहत पदवी का दान मैनू देना करो। अब न सूझे दूजी ठाहर, हार करियो तो द्वारी। अभै पद दान सिमरन स्वामी को, तब नानक बंधन छूट। कि महाराज ऐसी पदवी का दान दिओ जिहड़ी डर तो रहत होवे ते चढ़दी कला अवस्था वाली। सो जो गुरु महाराज जी की बाणी पढ़न दो, नाम जपन दो ते अमृत छकन को प्राप्त होती है। महापुरख संत बाबा ठाकुर सिंह जी खालसा ढंडरा वाले 90 साल की बजुर्ग अवस्था ते कमजोर जिहा शरीर सीगा वेखण नूं। ਹੁਣ ਤਾਂ ਚੜ੍ਹਦੀ ਕਲਾ ਸੀ ਵੀ ਵੇਖਣ ਨੂੰ ਇਉਂ ਜਾਪਦਾ ਵੀ ਹੁਣੇ ਡਿੱਗੇ ਤੇ ਹੁਣੇ ਡਿੱਗੇ, ਪਰ ਸਾਨੂੰ ਪਤਾ ਵੀ ਉਹਨਾਂ ਦੇ ਵਿੱਚ ਜਾਨ ਬੜੀ ਸੀ, ਬਲ ਬੜਾ ਸੀਗਾ। ਇੱਕ ਵਾਰ SSP ਬੰਗਾ ਜਿਹੜੀ ਸਾਹਮਣੇ ਦੀ ਗੱਲ ਅੱਖਾਂ ਨਾਲ ਵੇਖਣ ਲਈ, ਜਦ ਵੀ ਪੁਲਿਸ ਸਾਨੂੰ ਘੇਰਾ ਪਾਉਂਦੀ ਤੇ ਬਾਬਾ ਜੀ ਦੀ ਗੈਰ ਹਾਜ਼ਰੀ ਵਿੱਚ ਪਾਉਂਦੀ। ਉਹਨਾਂ ਦਾ ਇੰਨਾ ਭੈ ਸੀਗਾ ਗੌਰਮੈਂਟ ਨੂੰ कि उन्होंने ਹੁੰਦੇ ਕਿਸੇ भी सिंह ਨੂੰ कुछ नहीं किया जाता। महापुरखों का ड्राइवर सी बस का लाडी लाडी इस वक्त कैनेडा है। रागी भाई काले सिंह जी सचखंड हरमंदर साहब के हजूरी रागी ने उन्होंने बड़े भराता सी ड्राइवर। महापुरखों को बेनती करके कहते जी कोई काम कराने वाला, कहते जाओ करा लियाओ। पुलिस ने जाती हुई बस वेख ली भी बस चली गई, ये नहीं वेख्या भी बस च बाबा जी है नहीं। सोचा भी बाबा जी निकल गए, घेरा पा लिया। बाबा तो न्याणी सी, चलो गेट दे वो डरते डरते गेट से पहुँच गए, सारे इकट्ठे कर लिया। उन्होंने पता ही नहीं भी महापुरख इत्थे ने। आप तो कहना जी आप गुरबाणी सिखदियाँ ने, इनके पासे हो जाओ। ਜਿਹੜੇ ਨਿਆਣੇ ਨੇ ਉਹਨਾਂ ਛਾਲ ਮਾਰਨੀ ਪਾਸੇ ਹੋ ਜਾਣਾ। ਉਹ ਜਿਨ੍ਹਾਂ ਦੇ ਦਾੜੀ ਕੇਸ ਮਸ਼ਹਰੇ ਸੋਹਣੇ ਬੜੇ ਦਸਤਾਰੇ, ਸਿੰਘ ਦਾ ਸਰੀਰ ਉਹ ਹੀ ਬੜਾ ਸੋਹਣਾ ਫੱਬਦਾ, ਉਹਨਾਂ ਨੂੰ ਕਹਿਣਾ ਬੈਠੋ ਬੱਸ 'ਚ। ਮਾੜੀ ਮੁੰਡੀ ਜਾ ਕੇ ਪੁੱਠੇ ਟੰਗਦੇ ਨੇ, ਕੋਈ ਡਰ ਨਹੀਂ ਕੋਈ ਬਾਤ ਨਹੀਂ। ਉਹ ਜਦ ਘੇਰਾ ਪਿਆ SSP ਬੰਗਾ ਫੋਰਸ ਸਮੇਤ ਆਪਾਂ ਦੇ ਸਾਹਮਣੇ ਖੜੇ ਕੰਬੀ ਜਾਈਏ ਕਿ ਕੀਤਾ ਤੇ ਕੁਛ ਨਾ। महापुरख आए ऊपरों उतरे, की तू तमाशा लाया हुआ कौन है,
ਕਿੰਨੇ ਭੇਜਿਆ ਤੈਨੂੰ? ਮੇਰੇ ਬਿਨਾਂ ਪੁੱਛਣ ਤੋਂ ਤੇਰੀ ਜੁੱਤ ਕੀ ਤੂੰ ਗੁਰਦੁਆਰੇ ਦੇ ਅੰਦਰ ਆ ਗਿਆ? ਚੱਲ ਬਾਹਰ। ਕੀ ਚਾਹੁੰਦਾ? ਜੋ ਕੁਛ ਪਹਿਲਾਂ ਹੋਇਆ ਉਸੇ ਤਰ੍ਹਾਂ ਚਾਹੁੰਦਾ? ਆ ਸਿੰਘ ਵਿਚਾਰੇ ਨਿਆਣੇ ਕੋਚੀਆਂ ਗੁੜ ਕੇ ਦੇਖੋ ਕਲਾਸਾਂ ਲੱਗਦੀਆਂ, ਬਾਣੀ ਪੜ੍ਹਦੇ, ਤੁਸੀਂ ਲੋਕਾਂ ਨੇ ਵਕਤ ਪਾਇਆ ਹੋਇਆ, ਬਾਣੀ ਨਹੀਂ ਪੜ੍ਹਨ ਜਾਣੀ। ਚਾਬੀਆਂ ਵਗਾ ਕੇ ਉਹਦੇ ਪੈਰਾਂ 'ਚ ਮਾਰੀਆਂ, ਕਹਿੰਦੇ ਚੱਲ। ਇੱਥੇ ਕੀ ਪਿਆ ਹੋਇਆ? ਚੱਲ ਤੂੰ ਚਾਬੀਆਂ ਫੜ ਤੇ ਤੂੰ ਇੱਥੇ ਬਹਿ ਜਾ, ਖਾਣਾ ਬਣਾ ਲਾ ਤੇ ਚੱਲ ਮੈਨੂੰ ਜਿੱਥੇ ਲੈ ਕੇ ਜਾਣਾ ਮੈਨੂੰ ਲੈ ਕੇ ਜਾ। ਇਹਨਾਂ ਵਿਚਾਰਿਆਂ ਨੂੰ ਕੀ ਕਹਿ ਰਹੇ ਤੂੰ? ਕਸੂਰ ਤਾਂ ਮੇਰਾ ਹੈ, ਕਿਉਂਕਿ ਮੈਂ ਇਹਨਾਂ ਦਾ ਜਥੇਦਾਰ ਹਾਂ। ਮੇਰੇ ਨਾਲ ਗੱਲ ਕਰ, ਚੱਲ ਜਿੱਥੇ ਜਾਣਾ ਚੱਲ, ਤੇ ਤੈਨੂੰ ਪਤਾ ਲੱਗੂਗਾ ਵੀ ਕਿਸ ਮਾਂ ਲਿਖਦੀ ਹੈ। ਉਹ ਵਿਚਾਰਾ ਕੰਬੀ ਜਾਏ, ਹੱਥ ਜੋੜੀ ਜਾਏ, ਕਹਿਣ ਲੱਗੇ ਜੀ ਅਸੀਂ ਮਜਬੂਰ ਹਾਂ, ਸਾਨੂੰ ਦੁਖੀ ਕਰਦੇ ਨੇ ਲੋਕ ਫੋਨ ਕਰ ਕਰਕੇ। ਇੱਥੋਂ ਹੀ ਕੋਈ ਆਲੇ ਦੁਆਲੇ ਤੋਂ ਕੋਈ ਐਸਾ ਹੈ ਤੇ ਉਹ ਸਾਨੂੰ ਆਉਣਾ ਪੈਂਦਾ ਜੀ ਮਾਫ਼ ਕਰੋ। ਉਹ ਮਸਾਂ ਹੀ ਵਿਚਾਰਾ ਮਹਾਂਪੁਰਖ ਝਿੜਕਾਂ ਦੇਈ ਜਾਣ, ਦਬਕੇ ਮਾਰੀ ਜਾਣ, ਉਹ ਏਡਾ ਵੱਡਾ ਉਹ ਕੰਬੀ ਜਾਏ। ਬੜੀ ਮੁਸ਼ਕਿਲ ਛੁੱਟ ਕੇ ਪਾਣੀ ਨਿਕਲਿਆ। ਅਗਲੇ ਦਿਨ ਉਹਨੂੰ ਮੈਂ ਵੇਖਿਆ, ਇੱਕ ਬੰਦਾ ਸਿਰਫ ਨਾਲ ਕਾਰ ਦਾ ਡਰਾਈਵਰ, ਚਿੱਟੇ ਕੱਪੜੇ ਪਾ ਕੇ ਤੇ ਨੰਗੇ ਪੈਰੀ ਮਹਾਂਪੁਰਖਾਂ ਦੇ ਕੋਲ ਆ ਕੇ ਪੈਰੀ ਹੱਥ ਲਾ ਕੇ ਗੋਡੇ ਘੁੱਟ ਕੇ ਗਿਆ, ਮਾਇਆ ਪੇਟਾ ਕਰਕੇ ਮਾਫੀ ਮੰਗੀ ਗਿਆ, ਬੋਲਦਾ ਜੀ ਮਾਫ਼ ਕਰੋ ਕਿ ਗਾਂ ਤੋਂ ਐਸਾ ਕੰਮ ਨਹੀਂ ਹੋਊਗਾ। ਸੋ ਐਸਾ ਉਹਨਾਂ ਦਾ ਹੈ ਸੀਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ, ਕਿਸੇ ਨੇ ਵੀ ਤੱਤੀ ਬਾਣੀ, ਮਹਾਰਾਜ ਨੇ ਤੱਤੀ ਬਾਣੀ ਕਿਸੇ ਨੂੰ ਲੱਗਣ ਦਿੱਤੀ, ਤੇ ਮਹਾਂਪੁਰਖਾਂ ਦਾ ਇਹੋ ਜਿਹਾ ਸੋ ਪ੍ਰਭਾਵ ਸੀਗਾ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ। ਜਿੰਨਾ ਚਿਰ ਜੀ 25 ਸਾਲ ਜਥੇਦਾਰੀ ਕੀਤੀ, ਉਹਨਾਂ ਰਿਕਾਰਡ ਕਾਇਮ ਕਰ ਦਿੱਤਾ। ਚੜ੍ਹਦੀ ਕਲਾ ਬੁਲੰਦੀਆਂ ਵੱਲ ਕੌਮ ਨੂੰ ਲਿਜਾਇਆ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੈ। ਜੋਰ ਜ਼ਰੂਰੀ ਨਹੀਂ ਵੀ ਡੋਲਿਆਂ 'ਚ ਤੇ ਬਾਹਾਂ ਲੱਤਾਂ 'ਚ ਹੋਣਾ ਚਾਹੀਦਾ, ਜਾਂ ਘਿਓ ਖਾ ਕੇ ਜਾਂ ਬੈਠਕਾਂ ਮਾਰ ਕੇ ਆਉਂਦਾ। ਇਹ ਤਾਕਤ ਹੈ ਮਹਾਰਾਜ ਦੇ ਨਾਮ ਦੀ, ਜਿਸ ਨਾਮ ਨੇ ਸਾਰੀ ਧਰਤੀ ਨੂੰ ਚੁੱਕਿਆ ਹੋਇਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਲੋਕ ਕਹਿੰਦੇ ਵੀ ਬਲਦ ਨੇ ਚੁੱਕਿਆ ਹੋਇਆ ਜਾਂ ਸ਼ੇਸ਼ ਨਾਗ ਨੇ ਚੁੱਕੀ ਹੋਈ ਧਰਤੀ। ਮਹਾਰਾਜ ਕਹਿੰਦੇ ਭਲਿਓ ਮਾਨਸੋ, ਕੋਈ ਬਲਦ ਗਾਂ ਦਾ ਬਲਦ ਨਹੀਂ ਹੈ, ਗਾਂ ਦਾ ਜੰਮਿਆ। ਧੌਲ ਧਰਮ ਦਾ ਇੱਕ ਧਰਮ ਦਾ ਬਲਦ ਹੈ। ਸੋ ਜਿਹੜਾ ਸ਼ੇਸ਼ ਨਾਗ ਹੈ, ਸੱਪ ਦੀ ਕੀ ਤਾਕਤ ਹੈ ਧਰਤੀ ਨੇ ਚੁੱਕ ਲਏ। ਸੱਪ ਜਿਹੜਾ ਸ਼ੇਸ਼ ਨਾਗ ਹੈ ਉਹ ਵਾਹਿਗੁਰੂ ਦਾ ਨਾਮ ਜਪਦਾ। ਸੋ ਜਿਹੜਾ ਬੰਦਾ ਮਹਾਰਾਜ ਦੇ ਨਾਮ ਦਾ ਆਸਰਾ ਲੈਂਦਾ ਉਹ ਵੀ ਸ਼ਕਤੀਸ਼ਾਲੀ ਹੋ ਜਾਂਦਾ। ਸਤਿਗੁਰੂ ਮਹਾਰਾਜ ਕਿਰਪਾ ਕਰ ਐਸੀ ਦਾਤ ਸੋ ਸਾਨੂੰ ਗੁਰੂ ਘਰ ਵਿੱਚੋਂ ਮਿਲੇ। ਦਾਤਿਆ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਉੱਤੇ ਸੁਖ ਪਾਇਆ। ਦਰ ਕਹਿ ਜਾਂਦੇ ਸੇ ਉਹਨਾਂ ਦੀ ਪ੍ਰਾਰਥਨਾ ਕਰਦੀਆਂ ਨੇ ਅੱਗੇ ਤੋਂ ਸਮਤ ਬਖਸ਼ਣੇ। ਨਾਹਿਨ ਗੁਣ ਨਾਹਿਨ ਕਸ ਜਪ ਤਪ, ਕੌਣ ਕਰਮ ਅਬ ਕੀਜੈ। ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਾਤਾ ਦੀ ਜੈ।